ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਦੇ ਨੇ ਨਿਵਾਸ ਉੱਥੇ ਕਰਦੇ ਨੇ ਤੇ ਸਾਧੂ ਬੈਠ ਗਏ ਹਰ ਤੀਰਥ ਨਿਵਾਸ ਉੱਥੇ ਕਰਦੇ ਨੇ ਇੱਥੇ ਸਾਧੂ ਬੈਠ ਗਏ।
ਗੁਰੂ ਦੀ ਸੱਚੀ ਨਵਾਜੀ ਸਾਧ ਸੰਗਤ ਜੀਓ, ਅੰਮ੍ਰਿਤ ਵੇਲਾ ਸੱਚ ਨੂੰ ਵਡਿਆਈ ਵਿਚਾਰ। ਉਹ ਅੰਮ੍ਰਿਤ ਵੇਲੇ ਨੂੰ ਕਿੱਡੀ ਬੜੀ ਮਹਾਨਤਾ ਦਿੱਤੀ ਆ ਨਾ, ਇਹਨੂੰ ਬ੍ਰਹਮ ਮੁਹੂਰਤ ਵੀ ਕਿਹਾ। ਬ੍ਰਹਮ ਮੁਹੂਰਤ ਫਰੀਦ ਸਾਹਿਬ ਨੇ ਇੱਥੇ ਤੱਕ ਵੀ ਕਿਹਾ, ਫਰੀਦਾ ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਵਡੇਦੀ ਆਰਜਾ, ਦੂਜਾ ਸਾਹਿਬ ਆਵੇ ਚਿੱਤ। ਅੰਮ੍ਰਿਤ ਵੇਲੇ ਦੇ ਜਾਗਣ ਦੇ ਨਾਲ ਇੱਕ ਤਾਂ ਉਮਰ ਵੱਧਦੀ ਆ, ਜਿੰਨੇ ਸਵਾਸਾਂ ਦੀ ਗਤੀ ਆਪਾਂ ਰੋਕਾਂਗੇ ਉਨੀ ਉਮਰ ਵੱਧਦੀ ਹੈ, ਜਿੰਨੇ ਸਵਾਸਾਂ ਦੀ ਗਤੀ ਵਧੂਗੀ ਉਨੀ ਉਮਰ ਸਾਡੀ ਘਟਦੀ ਹੈ। ਇਹ ਧਿਆਨ ਕਰਨਾ। ਮਹਾਰਾਜ ਕਹਿੰਦੇ, ਇਹ ਫਰੀਦ ਸਾਹਿਬ ਦੇ ਵਚਨ ਨੇ, ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਵਡੇਂਦੀ ਆਰਜਾ, ਦੂਜਾ ਸਾਹਿਬ ਆਵੇ ਚਿੱਤ। ਦੇਖੋ ਅੰਮ੍ਰਿਤ ਵੇਲੇ ਕੋਈ ਮਾਈ, ਕੋਈ ਭਾਈ, ਕੋਈ ਬਿਰਧ, ਕੋਈ ਜਵਾਨ, ਕੋਈ ਬਜ਼ੁਰਗ, ਜਿਹੜਾ ਵੀ ਜਾਗਦਾ ਹੈ ਨਾ, ਉਸ ਨੂੰ ਫਿਰ ਮਹਾਂਪੁਰਸ਼ ਸਾਰੇ, ਗੁਰੂ ਨਾਨਕ ਪਾਤਸ਼ਾਹ ਵੀ ਇਹ ਬਚਨ ਕਰਦੇ ਨੇ ਕਿ ਭਾਈ ਉੱਠ ਕੇ ਇਸ਼ਨਾਨ ਕਰਨਾ। ਜਦੋਂ ਆਪਾਂ ਇਸ਼ਨਾਨ ਕਰਦੇ ਹਾਂ, ਤੁਸੀਂ ਕਦੇ ਵੀ ਪ੍ਰੈਕਟੀਕਲ ਕਰ ਲਓ। ਇਹ ਅੰਮ੍ਰਿਤ ਵੇਲੇ ਉੱਠੋ, ਅੰਮ੍ਰਿਤ ਵੇਲੇ ਉੱਠ ਕੇ ਟੱਪ ਦੇ ਵਿੱਚ ਪਾਣੀ ਪਾਓ, ਚਾਹੇ ਗਰਮ ਚਾਹੇ ਠੰਡਾ, ਇਹਦਾ ਕੋਈ ਸਵਾਲ ਨਹੀਂ ਹੈ। ਜਦੋਂ ਤੁਸੀਂ ਉਹ ਟੱਪ ਦੇ ਵਿੱਚੋਂ ਗੜਬੀ ਜਾਂ ਮੱਗ ਦੇ ਨਾਲ ਪਾਣੀ ਭਰ ਕੇ ਆਪਣੇ ਸਰੀਰ ਦੇ ਉੱਪਰ ਪਾਵੋਗੇ, ਐਟੋਮੈਟਿਕਲੀ ਵਾਹਿਗੁਰੂ ਹਰੇ ਰਾਮ, ਵਾਹਿਗੁਰੂ ਹਰੇ ਰਾਮ ਇਹ ਨਿਕਲੂਗਾ। ਦੇਖ ਲਓ, ਤੁਸੀਂ ਲੱਖ ਯਤਨ ਕਰ ਲਓ ਵੀ ਨਹੀਂ ਨਿਕਲਣਾ, ਨਿਕਲੂਗਾ। ਜਦੋਂ ਜਲ ਸਰੀਰ ਦੇ ਉੱਪਰ ਪਿਆ, ਨਾਲ ਦੀ ਨਾਲ ਹੀ ਜਦੀ ਰਾਮ ਜਾਂ ਵਾਹਿਗੁਰੂ, ਫਿਰ ਸਿਮਰਨ ਹੋ ਗਿਆ ਨਾ, ਇਹਦਾ ਸਿਮਰਨ ਹੋ ਗਿਆ। ਦੂਸਰਾ, ਜਿਹੜਾ ਅੰਮ੍ਰਿਤ ਵੇਲੇ ਆਪਾਂ ਜਾਗਦੇ ਹਾਂ, ਉਹਦੇ ਨਾਲ ਆਪਣੀ ਉਮਰ ਵੱਧਦੀ ਆ। ਜਿੰਨੇ ਆਪਾਂ ਜ਼ਿਆਦਾ ਪਵਾਂਗੇ, ਨੀਂਦ ਕੱਢਾਂਗੇ, ਜਦੋਂ ਨੀਂਦ ਹੁੰਦੀ ਹੈ ਸਵਾਸਾਂ ਦੀ ਗਤੀ ਵੱਧਦੀ ਆ। ਜਦੋਂ ਥੋੜ੍ਹਾ ਜਿਹਾ ਪੌੜੀਆਂ ਚੜ੍ਹਦੇ ਹਾਂ, ਸਵਾਸਾਂ ਦੀ ਗਤੀ ਵੱਧਦੀ ਹੈ। ਜਦੋਂ ਸਵਾਸਾਂ ਦੀ ਗਤੀ ਵਧਣ ਲੱਗ ਗਈ, ਉਮਰ ਥੋੜ੍ਹੀ ਘਟਣ ਲੱਗ ਗਈ, ਘਟ ਜਾਂਦੀ ਹੈ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਇੱਥੇ ਤੱਕ ਵੀ ਬਚਨ ਕੀਤੇ ਨੇ। ਇੱਦਾਂ ਪੜ੍ਹੋ ਕੀ ਬਚਨ ਕੀਤੇ ਨੇ। ਤੈਨੂੰ ਗਾਫਲਾ ਨੀਂਦ ਨਾ ਆਈ, ਚਿੜੀਆਂ ਚੂਕਦੀਆਂ, ਤੈਨੂੰ ਗਾਫਲਾ ਜਾਗ ਆ
ਚੂਕਣਾ ਆਈ ਚਿੜੀਆਂ ਚੂਕ ਤੈਨੂੰ ਕਾਫਲਾ ਜਾਗਣਾ ਆਈ ਚਿੜੀਆਂ ਚੂਕਦੀਆਂ। ਅੰਮ੍ਰਿਤ ਵੇਲੇ ਆਪਾਂ ਦੇਖੋ ਪਏ ਹੁੰਦੇ ਆ, ਜਿਹੜੇ ਚਿੜੀਆਂ ਨੇ ਚਿੜੀਆਂ ਚੂਕਦੀਆਂ ਹੁੰਦੀਆਂ ਨੇ, ਚੂਕਦੇ ਨਹੀਂ ਹੁੰਦੀਆਂ, ਨਾਮ ਜਪਦੀਆਂ ਹੁੰਦੀਆਂ ਨੇ। ਕਬੀਰ ਸਾਹਿਬ ਨੇ ਤਾਂ ਇੱਥੇ ਤੱਕ ਬਚਨ ਕਰਤੇ, ਫਿਰ ਕਹਿੰਦੇ ਆਪਣੇ ਨੂੰ ਤਾਂ ਫਿਰ ਚਿੜੀਆਂ ਹੀ ਚੰਗੀਆਂ ਨੇ, ਆਪਣੇ ਨਾਲ ਤਾਂ ਜਾਨਵਰ ਚੰਗੇ ਨੇ। ਉਹ ਜਿਹੜੇ ਅੰਮ੍ਰਿਤ ਵੇਲੇ ਜਾ ਕੇ ਪਰਮੇਸ਼ਰ ਦਾ ਨਾਮ ਤਾਂ ਜਪਦੇ ਨੇ, ਭਜਨ ਤਾਂ ਕਰਦੇ ਨੇ। ਤੁਸੀਂ ਦੇਖੋ ਆਪਾਂ ਪਏ ਹੁੰਦੇ ਆ ਅੰਮ੍ਰਿਤ ਵੇਲੇ, ਜਾਗਦੇ ਨਹੀਂ, ਅੱਧ ਨੀਤੇ ਸੁੱਤੇ ਹੁੰਦੇ ਆ, ਪਰ ਵਿਹੜੇ ਵਿੱਚ ਬਾਹਰ ਦਰਖਤਾਂ ਵਿੱਚ ਚਿੜੀਆਂ ਚੂਕਦੀਆਂ ਹੁੰਦੀਆਂ ਨੇ, ਨਾਮ ਜਪਦੇ ਹੁੰਦੇ ਨੇ। ਕਿਉਂਕਿ ਸਾਧ ਸੰਗਤ ਜੀ ਫਿਰ ਕਬੀਰ ਫਰੀਦ ਰੱਬੀ ਭਗਤ ਆਪਾਂ ਨੂੰ ਜਾਨਵਰਾਂ ਨੂੰ ਵੀ ਮਾੜਾ ਕਹਿੰਦੇ ਨੇ, ਸਾਨੂੰ ਜਾਨਵਰ ਚੰਗੇ ਨੇ। ਇੱਦਾਂ ਪੜ੍ਹੋ ਕਿਵੇਂ ਕਹਿੰਦੇ ਨੇ ਮਹਾਂਪੁਰਸ਼, ਸਾਰੇ ਮਹਾਂਪੁਰਸ਼ ਕਹਿੰਦੇ ਸਾਧ ਸੰਗਤ ਜੀ। ਨਾਮ ਹਰੀ ਦਾ ਜਪਦੇ ਸਾਰੇ ਬਣਾ ਦੇ ਪਖੇਰੂ, ਨਾਮ ਹਰੀ ਦਾ ਜਪਦੇ ਸਾਰੇ ਬਣਾ ਦੇ ਪਖੇਰੂ। ਨਾਮ ਹਰੀ ਦਾ ਜਪਦੇ ਸਾਰੇ ਬਣਾ ਦੇ ਬਖੇਰੂ, ਨਾਮ ਹਰੀ ਦਾ ਜਪਦੇ ਸਾਰੇ ਬਣਾ ਦੇ ਬਖੇਰੂ। ਪਖੇਰੂ, ਪਖੇਰੂ ਕਹਿੰਦੇ ਨੇ ਪੰਛੀ ਨੂੰ। ਨਾਮ ਹਰੀ ਦਾ ਜਪਦੇ ਬਣਾ ਬਣੇ ਜੰਗਲ, ਸਾਰੇ ਜੰਗਲਾਂ ਦੇ ਬਣਾ ਦੇ ਪਖੇਰੂ। ਆਪਾਂ ਤਾਂ ਫਿਰ ਉਹਨਾਂ ਨੂੰ ਭੈੜੇ ਆ। ਜੇ ਮਾਨਸ ਜੀ ਦੇ ਵਿੱਚ ਆ ਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਨਹੀਂ ਕਰਦੇ, ਇਸ਼ਨਾਨ ਕਰਕੇ ਨਾਮ ਨਹੀਂ ਜਪਦੇ ਨਾ, ਆਪਾਂ ਤਾਂ ਉਹਨਾਂ ਪਖੇਰੂ ਨੂੰ ਵੀ ਭੈੜੇ ਆ। ਸਾਡੇ ਤੋਂ ਚਿੜੀਆਂ ਚੰਗੀਆਂ ਨੇ। ਤੈਨੂੰ ਗਾਫਲਾ ਜਾਗਣਾ ਆਈ ਚਿੜੀਆਂ ਚੂਕਦੀਆਂ। ਤੂੰ ਘਰਾੜੇ ਮਾਰਦਾ, ਚਿੜੀਆਂ ਨਾਮ ਜਪਦੀਆਂ ਨੇ, ਬਾਹਰ ਚਿਆਂ 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 ਕਰਦੇ ਨਾਮ ਜਪਦੇ ਹੁੰਦੇ ਨੇ। ਬਹੁਤ ਹੀ ਆਪਾਂ ਜਿਵੇਂ ਲਾਈ ਸੀ ਧਾਰਨਾ ਨਾ, ਸੁਣ ਲਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ। ਸਾਧ ਦੇ ਸੰਗ ਦੀ ਮਹਿਮਾ ਦਾ ਕੋਈ ਅੰਤ ਹੋ ਹੀ ਨਹੀਂ ਸਕਦਾ।
ਅੱਜ ਨਾਮ ਦੇ ਜਪਣ ਵਾਲਿਆਂ ਨੂੰ ਬੜੇ ਸ਼ੰਕੇ ਹੋ ਜਾਂਦੇ ਨੇ, ਬਹੁਤ ਸ਼ੰਕੇ ਹੁੰਦੇ ਨੇ। ਕੀ ਹੁੰਦੇ ਨੇ? ਅੰਮ੍ਰਿਤ ਵੇਲੇ ਵੀ ਉੱਠਦੇ ਆ, ਨਾਮ ਵੀ ਜਪਦੇ ਆ, ਪਤਾ ਨਹੀਂ ਫਲ ਮਿਲੂ ਕੋਈ ਨਹੀਂ ਮਿਲੂਗਾ। ਪਤਾ ਨਹੀਂ ਭਲਾ ਹੋਊਗਾ ਕਿ ਨਹੀਂ ਹੋਊਗਾ। ਅੱਜ ਬਹੁਤ ਸੰਗਤਾਂ ਆਉਂਦੀਆਂ ਨੇ ਸਾਡੇ ਕੋਲੇ, ਜ਼ਿਆਦਾ ਆਹੀ ਸ਼ੰਕੇ ਲੈ ਕੇ ਆਉਂਦੀਆਂ ਨੇ। ਮਹਾਰਾਜ ਤੁਸੀਂ ਕਹਿੰਦੇ ਹੋ ਨਾਮ ਜਪਣਾ ਵਾਹਿਗੁਰੂ ਦਾ, ਆ ਕਹਿੰਦੇ ਆ ਭਾਈ, ਫਿਰ ਨਾ ਜਪ ਕੇ ਸਾਨੂੰ ਕੀ ਮਿਲੂਗਾ? ਸਾਡਾ ਭਲਾ ਹੋਊਗਾ ਕਿ ਨਹੀਂ ਹੋਊਗਾ? ਇਹ ਆਮ ਸ਼ੰਕੇ ਨੇ ਅੱਜ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਲਾ ਮਰਦਾਨਾ ਨਾਲਾ ਇੱਕ ਜੰਗਲ ਦੇ ਵਿੱਚ ਹੀ ਲੱਗੇ ਜਾਂਦੇ ਰਹੇ। ਉਹਦੇ ਕੋਲ ਇੱਕ ਨਗਰ ਹੈ, ਜੰਗਲ ਦੇ ਕੋਲ ਇੱਕ ਨਗਰ ਆ। ਇਹ ਰੱਬ ਦੇ ਪਿਆਰੇ ਨੂੰ ਪਤਾ, ਗੁਰੂ ਨਾਨਕ ਨੂੰ ਵੀ ਪਤਾ ਸੀ ਵੀ ਕਿੱਥੇ ਕਿਹੜੀ ਸੰਗਤ ਦਾ ਭਲਾ ਕਰਨਾ, ਕਿਹੜੀ ਦਾ ਨਹੀਂ ਕਰਨਾ। ਜਿਹਦਾ ਭਲਾ ਕਰਨਾ ਹੁੰਦਾ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਰੱਖਦੇ ਸੀ। ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਰਬਾਬ ਵਜਾ ਭਾਈ ਆਪਾਂ ਕੀਰਤਨ ਕਰਨਾ, ਪਹਿਲੇ ਹੁੰਦੇ ਸੀ। ਰਾੜਾ ਸਾਹਿਬ ਬੜੇ ਮਹਾਂਪੁਰਸ਼ ਵੀ ਜਦੋਂ ਕਿਸੇ ਦਾ ਭਲਾ ਕਰਨਾ ਹੁੰਦਾ, ਉਹਨਾਂ ਨੇ ਜਦੇ ਕਹਿਣਾ ਭਾਈ ਐਂ ਕਰੋ, ਬਾਜਾ ਖੋਲ ਲਓ, ਬਾਜਾ ਵਜਾਓ, ਕੀਰਤਨ ਕਰਨਾ। ਕੀਰਤਨ ਇੱਕ ਐਸੀ ਬੜੀ ਸ਼ਕਤੀ ਹੈ, ਐਸੀ ਬੜੀ ਭਗਤੀ ਹੈ ਨਾ ਕੀਰਤਨ ਜਿਹੜਾ, ਜਿੰਨਾ ਮਨ ਇਕਾਗਰ ਕੀਰਤਨ ਵਿੱਚ ਹੁੰਦਾ, ਉਹਨਾਂ ਚੌਕੜਾ ਮਾਰ ਕੇ ਨਹੀਂ ਹੁੰਦਾ। ਕਿਉਂਕਿ ਕੀਰਤਨ ਦੇ ਵਿੱਚ ਉਹ ਜਿਹੜਾ ਬੰਦੇ ਦਾ ਧਿਆਨ ਆ ਸੁਰਾਂ ਵਿੱਚ ਰਹਿੰਦਾ, ਜਿਹੜਾ ਬੰਦੇ ਦਾ ਧਿਆਨ ਆ ਉਹ ਸਾਖੀ ਵਿੱਚ ਰਹਿੰਦਾ, ਜਿਹੜਾ ਬੰਦੇ ਦਾ ਧਿਆਨ ਆ ਉਹ ਗੁਰੂ ਸ਼ਬਦ ਦੇ ਵਿੱਚ ਰਹਿੰਦਾ। ਜੇ ਉਹਦਾ ਧਿਆਨ ਉਧਰੋਂ ਪਿੱਛੇ ਹਟ ਗਿਆ, ਫਿਰ ਬਾਜੇ ਦੀ ਸੁਰ ਆਊਟ ਹੋ ਗਈ, ਬਾਜੇ ਦੀ ਸੁਰ ਆਊਟ ਹੋ ਗਈ, ਫਿਰ ਸਾਰੇ ਜਸੇ ਸੁਰ ਆਊਟ ਹੋ ਗਈ। ਇਸ ਤਰ੍ਹਾਂ ਜਿਹੜਾ ਮਨ ਹੈ ਨਾ, ਉਹ ਮਨ ਕੀਰਤਨ ਦੇ ਵਿੱਚ ਬਹੁਤ ਛੇਤੀ ਇਕਾਗਰ ਹੁੰਦਾ। ਹੁਣ ਕੀਰਤਨ 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 ਨੂੰ ਕੀ ਕਹਿੰਦੇ ਨੇ? ਕਿਰਤ, ਕੀਰਤ, ਕਿਸੇ ਦੀ ਮਹਿਮਾ ਕਰਨੀ। ਕੀਰਤਨ ਕੀਰਤ, ਕਿਸੇ ਦੀ ਮਹਿਮਾ ਦੇ ਗੁਣ ਗਾਣ ਗਾਉਣੇ, ਇਹਨੂੰ ਕੀਰਤਨ ਕਹਿੰਦੇ ਨੇ। ਹੁਣ ਜੇ ਆਪਾਂ ਦੇਖੋ ਇੱਕ ਨੌਕਰ ਆ, ਉਹ ਨੌਕਰ ਮਾਲਕ ਦੇ ਨੌਕਰੀ ਕਰਦਾ, ਜੇ ਉਹ 24 ਘੰਟੇ ਹੀ ਆਪਣੇ ਮਾਲਕ ਦੇ ਗੁਣ ਗਾਊਗਾ, ਸੱਚੇ ਪਾਤਸ਼ਾਹ ਮੇਰੇ ਮਾਲਕ ਦੇ ਕਾਰੋਬਾਰ ਵਿੱਚ ਤਰੱਕੀ ਕਰੀ, ਮੇਰੇ ਮਾਲਕ ਨੂੰ ਤੰਦਰੁਸਤੀ ਬਖਸ਼ੇ, ਮੇਰੇ ਮਾਲਕ ਦੀ ਚੜ੍ਹਦੀ ਕਲਾ ਬਖਸ਼ੇ, ਉਹਨੂੰ ਵੀ ਤਾਂ ਹੀ ਮਿਲੂ ਨਾ ਰੋਜੀ, ਤਾਂ ਹੀ ਮਿਲੂਗੀ ਨੌਕਰੀ, ਤਾਂ ਹੀ ਮਿਲੂ ਤਨਖਾਹ। ਜੇ ਮਾਲਕ ਦਾ ਕੰਮ ਨਹੀਂ ਚੱਲੂਗਾ, ਮਾਲਕ ਤਨਖਾਹ ਕਿੱਥੋਂ ਦਊਗਾ? ਇਸੇ ਤਰ੍ਹਾਂ ਹੀ ਜਿਹੜਾ ਆ ਕੀਰਤਨ ਨਾ, ਕੀਰਤਨ ਇੱਕ ਹਰ ਵਕਤ ਰੱਬ ਦੀ ਕੀਰਤ ਕਰਨੀ ਹੈ, ਉਹਦੀ ਉਸਤ ਕਰਨੀ ਆ। ਕੀਰਤ ਮਾਨੇ ਉਸਤ ਕਹਿੰਦੇ ਨੇ, ਉਸਤ ਕਰਨੀ ਆ। ਹੁਣ ਜੇ ਆਪਾਂ ਹਰ ਵਕਤ ਹੀ ਕੀਰਤਨ ਕਰਨ ਲੱਗੇ, ਵਾਹਿਗੁਰੂ ਰਾਮ, ਵਾਹਿਗੁਰੂ ਰਾਮ, ਅੱਲਾ ਗੋਡ, ਇਹਦੀ ਕੀਰਤ ਕਰਦੇ ਹਾਂ, ਮਹਿਮਾ ਕਰਦੇ ਹਾਂ, ਤਾਂ ਪਰ ਇੱਕ ਦਿਨ ਤੇਰੀ ਮਹਿਮਾ ਕਰ ਲਾ ਦੂਗਾ ਇਹ।
ਜੇ ਤੂੰ ਮਾਲਕ ਦੀ ਉਸਤਾ ਕਰਨ ਵਾਲਾ, ਮਾਲਕ ਤੇਰੀ ਵੀ ਉਸਤਾ ਕਰਨ ਲਾ ਦੂਗਾ, ਲਾਊਗਾ। ਇਸ ਤਰ੍ਹਾਂ ਜਿਹੜਾ ਕੀਰਤਨ ਕਰਿਆ ਕਰੋ। ਜਦੋਂ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਨੇ ਰਾੜੇ ਦੀ ਢੱਕੀ ਨੂੰ ਭਾਗ ਲਾਏ, ਮੈਂ ਜਿਸ ਸਮੇਂ ਦੇ ਵਿੱਚ ਰਾੜਾ ਸਾਹਿਬ ਦੇ ਵਿੱਚ ਨਹਿਰ ਦੇ ਕੰਢੇ ਸੀ, ਛੱਪੜੀਆਂ ਬਣਾਈਆਂ ਸੀ ਪਹਿਲਿਆਂ ਵਿੱਚ। ਉੱਥੇ ਕੀ ਹੁੰਦਾ ਸੀ? ਸੱਪ, ਠੂਹੇ, ਸ਼ੇਰ, ਬਘੇਰ, ਡਾਕੂ, ਲਟੇਰੇ। ਜਦੋਂ ਅਸੀਂ ਪਹਿਲਾਂ ਰਾੜੇ ਦੀ ਢੱਕੀ ਵਿੱਚ ਭਗਤੀ ਲੱਗਿਆ ਕਰਨ, ਉੱਥੇ ਆਹ ਚੀਜ਼ਾਂ ਹੁੰਦੀਆਂ ਸੀ। ਫਿਰ ਸੰਤ ਮਹਾਰਾਜ ਕਹਿੰਦੇ ਨਹਿਰ ਦੇ ਕੰਢੇ ਛੱਪੜੀਆਂ ਬਣਾ ਲਓ। ਛੱਪੜੀਆਂ ਬਣਾਈਆਂ, ਛੱਪੜੀਆਂ ਵਿੱਚ ਸਿਮਰਨ ਲੱਗੇ ਕਰਨ। ਫਿਰ ਰਾੜਾ ਵਾਲੇ ਸੰਤਾਂ ਨੂੰ ਕੱਚਾ ਭੋਰਾ ਬਣਾ ਕੇ ਦਿੱਤਾ। ਕੱਚਾ ਭੋਰਾ ਕੱਟ ਕੇ ਕਹੀਆਂ ਨਾਲ, ਵਿੱਚ ਪਰਾਲੀ ਪਾ ਲੈਣੀ, ਉੱਪਰ ਬੋਰੀ ਸਿੱਟ ਲੈਣੀ, ਪਾਣੀ ਦਾ ਸਿੱਟਾ ਦੇਣਾ, ਚੌਕੜਾ ਮਾਰਨਾ, ਮਹਾਂਪੁਰਸ਼ਾਂ ਨੇ ਬੈਠ ਜਾਣਾ। ਇਹ ਫਿਰ ਕਿਰਪਾ ਪੱਕੇ ਭੋਰੇ ਦੀ ਕਿੱਥੋਂ ਹੋਈ? ਕਿਵੇਂ ਹੋਈ? ਕਿਹਨੇ ਲਾਹਾ ਕੱਟਿਆ? ਕਿਹੜੇ ਬਣੇ? ਇੱਥੇ ਤੁਹਾਡੇ ਦਿੱਲੀ ਦੇ ਵਿੱਚ ਹੀ ਚਰਨਜੀਤ ਸਿੰਘ ਹੁਣੀ ਕੋਕਾ ਕੋਲਾ ਵਾਲੇ ਨੇ। ਇਹ ਮਹਾਰਾਜ ਰਾੜਾ ਸਾਹਿਬ ਵਾਲੇ ਦੇ ਬੱਚਾ ਤੇ ਪੈਦਾ ਹੋਇਆ ਸੀ ਚਰਨਜੀਤ। ਇਹਦੇ ਬਾਪ ਦਾ ਨਾਮ ਮੋਹਨ ਸਿੰਘ ਸੀ। ਉਹ ਜਦੋਂ ਮਹਾਰਾਜ ਜੀ ਦਾ ਕੱਚਾ ਭੋਰਾ ਦੇਖਿਆ, ਚਰਨਜੀਤ ਜਾ ਕੇ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਰੋਣ ਲੱਗ ਗਿਆ। ਇੱਥੋਂ ਦਿੱਲੀ ਤੋਂ ਮਹਾਂਪੁਰਸ਼ ਕਹਿੰਦੇ ਕੀ ਗੱਲ ਤੂੰ ਰੋਇਆ? ਕਹਿੰਦੇ ਮਹਾਰਾਜ ਅੱਜ ਸੋਡਾ ਦਿੱਤਾ, ਸਾਡੇ ਕੋਲ ਕੋਈ ਘਾਟ ਨਹੀਂ ਹੈਗੀ। ਦੇਸ਼ਾਂ ਵਿੱਚ ਪ੍ਰਦੇਸ਼ਾਂ ਵਿੱਚ ਥੋੜ੍ਹੀ ਦੇਣ ਆ, ਥੋੜ੍ਹੀ ਕਿਰਪਾ ਹੋਈ ਹੈ। ਥੋੜ੍ਹੀ ਕਿਰਪਾ ਦੇ ਨੂੰ ਅੱਜ ਭਿਖਾਰੀਆਂ ਤੋਂ ਅਸੀਂ ਰਾਜੇ ਬਣੇ ਹਾਂ। ਪਰ ਜੇ ਮੈਨੂੰ ਤੁਸੀਂ ਇੱਕ ਸੇਵਾ ਬਖਸ਼ ਦੇਵੋ। ਮਹਾਂਪੁਰਖ ਕਹਿੰਦੇ ਦੱਸੋ ਕੀ? ਕਹਿੰਦੇ ਮੈਨੂੰ ਭੋਰੇ ਦੀ ਸੇਵਾ ਬਖਸ਼ੋ, ਮੈਂ ਥੋੜ੍ਹਾ ਭੋਰਾ ਬਣਾਉਣਾ ਚਾਹੁੰਦਾ ਪੱਕਾ। ਮਹਾਰਾਜ ਨੇ ਪ੍ਰੇਮ ਦੇ ਕੇ ਹੁਕਮ ਦਿੱਤਾ। ਫਿਰ ਉਹ ਪੱਕਾ ਭੋਰਾ ਅੱਜ ਵੀ ਬਣਿਆ ਰਾੜਾ ਸਾਹਿਬ। ਉਹ ਕੋਕਾ ਕੋਲਾ ਵਾਲੇ ਚਰਨਜੀਤ ਨੇ ਬਣਾਏ। ਥੋੜ੍ਹੇ ਦਿੱਲੀ ਵਿੱਚ ਹੀ ਕੋਠੀ ਆ ਉਹਨਾਂ ਦੀ। ਮੈਂ ਆਪਣੇ ਅੱਖੀ ਦੇਖਿਆ, ਤੁਹਾਨੂੰ ਮੈਂ ਦਿਖਾ ਵੀ ਦਊਂਗਾ, ਅੱਜ ਵੀ ਦਿਖਾ ਦੂੰਗਾ। 24, 25, 26 ਦੀ ਬਰਸੀ ਹੁੰਦੀ ਰਾੜਾ ਸਾਹਿਬ ਰਾੜੇ ਵਾਲੇ ਸੰਤਾਂ ਦੀ। ਇਹਨਾਂ ਦਾ ਪਰਿਵਾਰ ਇੱਥੋਂ ਜਾਂਦਾ ਕੋਕੋ ਕੋਲਾ ਵਾਲੇ ਦਾ। ਹੁਣ ਜੇ ਦੋਤ ਨੂੰਹਾਂ, ਪੋਤ ਨੂੰਹਾਂ ਅੱਜ ਸਾਰੇ ਜਾਂਦੇ ਨੇ। ਉਹ ਕੀ ਕਰਦੇ ਨੇ ਉੱਥੇ ਰਾੜਾ ਸਾਹਿਬ ਜਾ ਕੇ ਸੈਂਟ ਲੈ ਕੇ ਜਾਂਦੇ ਨੇ, ਬੜਾ ਮਹਿੰਗੇ ਤੋਂ ਮਹਿੰਗਾ। ਇੱਥੋਂ ਦਿੱਲੀ ਵਿੱਚੋਂ ਹੀ ਸੈਂਟਰ ਜਾ ਕੇ ਮਹਿੰਗੇ ਤੋਂ ਮਹਿੰਗਾ। ਫਿਰ ਉਹ ਜਿੰਨੇ ਵੀ ਸੰਗਤਾਂ ਦੀਵਾਨ ਦੇ ਵਿੱਚ ਦੀਵਾਨ ਸੁਣਦੇ, ਜਿਵੇਂ ਸੰਗਤਾਂ ਬੈਠੀਆਂ ਨੇ, ਸਾਰੀਆਂ ਸੰਗਤਾਂ ਨੂੰ ਸੈਂਟ ਛਿੜਕਦੇ ਨੇ। ਫਿਰ ਉਹ ਸੰਗਤਾਂ ਦੇ ਜੋੜਿਆਂ ਵਿੱਚ ਖੜ੍ਹਦੇ ਨੇ, ਜਿੱਥੇ ਜੋੜੇ ਖੋਲ੍ਹੇ ਨੇ, ਮੈਂ ਜੋੜੇ ਨੇ ਬਾਹਰ। ਅੱਜ ਵੀ ਉੱਥੇ ਜੋੜਿਆਂ ਵਿੱਚ ਖੜ੍ਹ ਕੇ ਉਹਨਾਂ ਜੋੜਿਆਂ ਨੂੰ ਸੈਂਟ ਛਿੜਕਦੇ ਨੇ। ਜਿਹੜੇ ਸੰਗਤਾਂ ਜੋੜੇ ਨੇ, ਨਾਲੇ ਸੈਂਟ ਛਿੜਕਦੇ ਨੇ, ਨਾਲੇ ਉਹਨਾਂ ਜੋੜਿਆਂ ਨੂੰ ਹੱਥ ਲਾ ਕੇ ਉਹਨਾਂ ਦੀ ਧੂੜ ਆਪਣੇ ਮਸਤਕ ਕੋਲ ਲਾਉਂਦੇ ਨੇ। ਅੱਜ ਵੀ ਕੋਕੋ ਕੋਲਾ ਦੀ ਮਰਿਆਦਾ ਹੈ। ਜੇ ਕੋਈ ਕਿਸੇ ਦਾ ਦਿੱਤਾ ਗੁਣ ਭੁੱਲ ਜੇ, ਉਹਨੂੰ ਕੀ ਕਹਿੰਦੇ ਨੇ? ਕ੍ਰਿਤਕਨ। ਜੇ ਥੋੜ੍ਹਾ ਜਿਹਾ ਕੋਈ ਮਾੜਾ ਜਿਹਾ ਵੀ ਪਰਪਕਾਰ ਕਰ ਦੇਵੇ ਨਾ, ਮਾੜਾ ਜਿਹਾ ਪਰਪਕਾਰ ਕਰ ਦੇਵੇ, ਜੇ ਤੁਸੀਂ ਉਹਨੂੰ ਭੁੱਲਦੇ ਹੋ, ਭੁੱਲਣਾ ਪਰੋਸ਼ ਬਣਦੇ ਹੋ, ਉਹਨੂੰ ਕ੍ਰਿਤਕਨ ਕਹਿੰਦੇ। ਕ੍ਰਿਤਕਨਾਂ ਨੂੰ ਤਿੰਨਾਂ ਲੋਕਾਂ ਵਿੱਚ ਢੋਹ ਹੀ ਨਹੀਂ ਮਿਲਦੀ। ਤਿੰਨਾਂ ਲੋਕਾਂ ਵਿੱਚ ਉਹਨੂੰ ਢੋਹ ਹੀ ਨਹੀਂ ਮਿਲਦੀ।
ਸਰਕਾਰਾਂ ਹੀ ਮਿਲਦੀਆਂ ਨੇ, ਸਰਕਾਰਾਂ ਹੀ ਮਿਲਦੀਆਂ ਨੇ। ਕਦੇ ਵੀ ਕਿਰਤ ਘਰ ਨਾ ਹੋਵੇ, ਮੈਂ ਤੁਹਾਨੂੰ ਲਿਖ ਕੇ ਦਿੰਦਾ ਇਹ ਗੱਲ। ਇੱਕ ਨਾਮ ਦਾਤ ਭਗਤੀ, ਇਹ ਤਾਂ ਬਹੁਤ ਵੱਡੀ ਖੇਡ ਆ। ਮੰਨ ਲਓ ਜੇ ਤੁਹਾਡੇ ਅੜੇ ਗੜੇ ਵਿੱਚ ਤੁਹਾਡੇ ਘਰ ਦੇ ਵਿੱਚ ਰੋਟੀ ਪੱਕਦੀ ਨਾ, ਤੁਹਾਨੂੰ ਕਿਲੋ ਆਟਾ ਵੀ ਇੱਕ ਧਾਰ ਦੇ ਦਿੰਦਾ, ਕਿਲੋ ਆਟਾ ਵੀ ਆਹ ਲੈ ਭਾਈ ਤੂੰ ਰੋਟੀ ਪਕਾ ਆਪਣੇ ਬੱਚਿਆਂ ਨੂੰ ਖਵਾ, ਕਿਲੋ ਆਟਾ ਮੈਂ ਤੈਨੂੰ ਉਧਾਰ ਦੇਣਾ। ਉਹਦਾ ਉਧਾਰ ਦਿੱਤਾ ਵੀ ਤੁਸੀਂ ਜ਼ਿੰਦਗੀ ਪਰ ਉਹਦਾ ਪਰਉਪਕਾਰ ਨਾ ਭੁੱਲੋ। ਵੀ ਕਿਸੇ ਸਮੇਂ ਵਿੱਚ ਅਸੀਂ ਭੁੱਖੇ ਬੈਠੇ ਤੇ ਇਹਨੇ ਸਾਨੂੰ ਆਟਾ ਦਿੱਤਾ, ਰੋਟੀ ਪਕਾਈ, ਬੱਚਿਆਂ ਨੂੰ ਖਵਾਇਆ, ਉਹਦਾ ਪਰਉਪਕਾਰ ਨਾ ਭੁੱਲੋ। ਜੇ ਤੁਹਾਡਾ ਕੰਮ ਚੱਲਿਆ ਚੜ੍ਹਦੀ ਕਲਾ ਵਿੱਚੋਂ ਕੋਈ ਉਹਦਾ ਪਰਉਪਕਾਰ ਭੁੱਲਦੇ ਹੋ ਤਾਂ ਕਿਰਤ ਕਰਨ ਤੁਹਾਨੂੰ ਢੋਈ ਨਹੀਂ ਮਿਲਣੀ ਕਿਤੇ। ਕਦੇ ਕਿਰਤ ਕਰਨ ਨਾ ਬਣੋ। ਹੁਣ ਗੁਰਮੁਖੋ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਘੇ ਜਾਂਦੇ ਨੇ, ਪਤਾ ਲੱਗਿਆ ਵੀ ਇਹ ਨਗਰ ਦੇ ਵਿੱਚ ਇੱਕ ਸੰਗਤ ਹੈਗੀ ਹੈ, ਸਾਡੇ ਕੋਲ ਆਉਂਦੀ ਹੈ, ਪਰ ਉਹਨੂੰ ਸ਼ੰਕਾ ਪੈ ਗਿਆ ਨਾਮ ਜਪਣ ਦਾ ਫਲ ਮਿਲੂਗਾ ਕਿ ਨਹੀਂ ਮਿਲੂਗਾ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਤਾਨਿਆ, ਕਹਿੰਦੇ ਆ ਮਹਾਰਾਜ, ਕਹਿੰਦੇ ਚਲੋ ਉਹ ਨਗਰ 'ਚ ਇੱਕ ਬਰੋਟਾ ਪਿਆ, ਕਹਿੰਦੇ ਹੈਗਾ ਬਰੋਟਾ, ਬਰੋਟੇ ਸਾਹਮਣੇ ਆਸਣ ਲਾ ਲਓ, ਕਹਿੰਦੇ ਆਸਣ ਲਾ ਲਿਆ। ਕਹਿੰਦੇ ਰਬਾਬ ਕੱਢ ਲਾ, ਰਬਾਬ ਕੱਢੀ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਤਰ੍ਹਾਂ ਕੀਰਤਨ ਕਰਦੇ ਨੇ, ਇੱਦਾਂ ਪੜੋ ਸਾਧ ਨੇ ਕਿਵੇਂ ਕਰਦੇ ਨੇ ਭਾਈ। ਸਾਰ ਨ ਜਾਣਾ ਤੇਰੀ ਵਾਹਿਗੁਰੂ, ਸਾਰ ਨ ਜਾਣਾ ਤੇਰੀ, ਮੈਂ ਸਾਰ ਨ ਜਾਣਾ ਤੇਰੀ ਵਾਹਿਗੁਰੂ, ਸਾਰ ਨ ਜਾਣਾ ਤੇਰੀ। ਜਦੋਂ ਇਹ ਕੀਰਤਨ ਕਰਦੇ ਰਹੇ, ਜਿਹੜੇ ਜਗਿਆਸੂ ਨੂੰ ਸ਼ੰਕਾ ਪਈ ਸੀ ਸੁਣ ਕੇ ਨਾ ਕੀਰਤਨ, ਵੀ ਆਹ ਤਾਂ ਮੇਰੇ ਗੁਰੂ ਕੀਰਤਨ ਕਰਦੇ ਨਾਨਕ ਦੇਵ ਜੀ ਮਹਾਰਾਜ, ਚਲੋ ਮੈਂ ਕੀਰਤਨ ਸੁਣਾ। ਬਾਜੇ ਦੀ ਰਬਾਬ ਦੀ ਧੁਨ ਸੁਣ ਕੇ ਉਹ ਕੀਰਤਨ ਸੁਣਨ ਵਾਸਤੇ ਆ ਗਿਆ। ਹੋਰ ਸੰਗਤ ਆ ਗਈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਰਤਨ ਕੀਤਾ, ਕੀਰਤਨ ਕਰਕੇ ਨੇਤਰ ਮਿਚੇ ਬੈਠ ਗਏ। ਸਾਰੀ ਸੰਗਤ ਮੱਥਾ ਟੇਕ ਕੇ ਨਮਸਕਾਰੀ ਕਰਕੇ ਆਪਣੇ ਘਰ ਨੂੰ ਭੱਜ ਗਈ। ਜਿਹੜੇ ਬੰਦੇ ਨੂੰ ਸ਼ੰਕਾ ਪਈ ਹੋਈ ਸੀ ਵੀ ਪਤਾ ਨਹੀਂ ਗੁਰੂ ਨਾਨਕ ਦੇਵ ਜੀ ਬਾਰੇ ਕਹੀ ਜਾਂਦੇ ਨੇ ਵਾਹਿਗੁਰੂ 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 ਨਾਮ ਜਪੋ, ਪਤਾ ਨਹੀਂ ਇਹਦਾ ਫਲ ਮਿਲੂਗਾ ਕਿ ਨਹੀਂ ਮਿਲੂਗਾ। ਜੇ ਹੋ ਸਕਦਾ ਤਾਂ ਆਪਾਂ ਪੁੱਛੇ ਕਿ ਸ਼ੰਕਾ ਨਹੀਂ ਦੂਰ ਹੋਇਆ। ਅੱਜ ਵੀ ਬਹੁਤ ਸੰਗਤਾਂ ਨੂੰ ਸ਼ੰਕੇ ਪਏ ਨੇ, ਸੰਕਟ ਦੀ ਭਰੀ ਪਈ ਹੈ ਦੁਨੀਆ ਅੱਜ। ਸੰਗਤਾਂ ਕਿਸੇ ਮਹਾਂਪੁਰਸ਼ ਕੋਲ ਜਾਂਦੇ, ਉਹਨੂੰ ਰੱਬ ਦਾ ਰੂਪ ਸਮਝ ਕੇ ਉਹਨੂੰ ਸਾਧਾ ਨਾਲ ਹੀ ਜਾਂਦੇ, ਉਹਨਾਂ ਕੋਲ ਸ਼ੰਕੇ ਲੱਗੇ ਜਾਂਦੀਆਂ ਨੇ, ਸ਼ੰਕੇ ਦੇ ਪੰਡਾ ਖੋਲ੍ਹ ਦਿੰਦੀਆਂ ਨੇ,
ਪਰ ਉਸ ਤੋਂ ਲੈਂਦੇ ਕੁਛ ਨਹੀਂ ਹਨ, ਵਚਨ ਕੋਈ ਨਹੀਂ ਮੰਨਦੇ ਹਨ। ਹੁਣ ਗੁਰਮੁਖੋ ਉਹ ਬੈਠਾ ਪ੍ਰੇਮੀ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਈ ਸਾਰੀ ਸੰਗਤ ਬਾਕੀ ਤੂੰ ਬੈਠਾ ਗੁਰਮੁਖਾ। ਮਹਾਰਾਜ ਮੈਨੂੰ ਕਿ ਸ਼ੰਕਾ ਪੈ ਗਿਆ, ਤੁਸੀਂ ਰੋਜ਼ ਕਹਿੰਦੇ ਹੋ ਵਾਹਿਗੁਰੂ ਵਾਹਿਗੁਰੂ ਨਾਮ ਜਪੋ, ਮੈਂ ਜਪਦਾ ਵਾਹਿਗੁਰੂ ਨਾਮ, ਮੈਨੂੰ ਫਲ ਮਿਲੂਗਾ ਕੋਈ ਤੱਕ ਨਹੀਂ ਮਿਲੂਗਾ, ਮੈਂ ਸ਼ੰਕਾ ਬੜਾ ਦੂਰ ਨਹੀਂ ਹੋਇਆ ਮੇਰਾ ਕਿਸੇ ਤੋਂ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜੇ ਤਾਂ ਆਪਾਂ ਨੂੰ ਗੱਲੀ ਬਾਤੀ ਦਾ ਫਿਰ ਤਾਂ ਗੱਲ ਨਹੀਂ ਬਣਨੀ ਵੀ ਇਹਦਾ ਸ਼ੰਕਾ ਜੇ ਆਪਾਂ ਪ੍ਰੈਕਟੀਕਲ ਨਿਵਰਤ ਕਰੀਏ ਫਿਰ ਗੱਲ ਬਣੂਗੀ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਈ ਗੁਰਮੁਖਾ ਤੇਰਾ ਸ਼ੰਕਾ ਅਸੀਂ ਦੂਰ ਕਰਾਂਗੇ। ਧੰਨ ਭਾਗ ਮਹਾਰਾਜ। ਤੂੰ ਇਸ ਤਰ੍ਹਾਂ ਕਰ, ਅਸੀਂ ਇੱਥੇ ਬੈਠੇ ਹਾਂ, ਤੇਰਾ ਸ਼ੰਕਾ ਜਿਹੜਾ ਦੂਰ ਨਹੀਂ ਹੁੰਦਾ, ਇੱਥੋਂ ਹੀ ਜਾਂਦੇ ਨਹੀਂ ਹਾਂ, ਤੇਰੇ ਨਾਲ ਬਚਨ ਕਰਦੇ ਹਾਂ ਗੁਰਮੁਖਾ। ਤੂੰ ਜਾ ਕਿੱਥੇ? ਆਪਣੇ ਪਿੰਡ। ਅੱਛਾ ਜੀ, ਆਪਣੇ ਪਿੰਡ ਜਾ ਕੇ ਤੇਰੇ ਪਿੰਡ ਦੇ ਪਿਛਵਾੜੇ ਪਾਸੇ ਇੱਕ ਟੋਭਾ, ਜੇ ਪਿੰਡਾਂ ਵਿੱਚ ਟੋਭੇ ਹੁੰਦੇ ਨੇ, ਉੱਥੇ ਇੱਕ ਟੋਭਾ, ਟੋਭੇ ਦੇ ਕਿਨਾਰੇ ਵਗ ਜੀ, ਤੇਰਾ ਸ਼ੰਕਾ ਦੂਰ ਹੋ ਸਾਰੇ। ਇਹ ਸਤਿਵਚਨ ਮਹਾਰਾਜ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕੀਰਤਨ ਸਰਵਣ ਕੀਤਾ, ਬਚਨ ਗੁਰੂ ਨਾਨਕ ਦੇਵ ਨੇ ਕੀਤੇ, ਕੰਨਾਂ ਵਿੱਚੋਂ ਸੁਣੇ, ਹਿਰਦੇ ਵਿੱਚ ਗ੍ਰਹਿਣ ਕੀਤੇ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇੱਕ ਵਿਧੀ ਦੱਸਦੇ ਹਾਂ, ਅਸੀਂ ਵੀ ਦੱਸਦੇ ਹਾਂ ਵਿਧੀ। ਸਾਨੂੰ ਵਾਲੇ ਇਹੀ ਨਹੀਂ ਪਤਾ, ਕਿਸੇ ਮਹਾਂਪੁਰਸ਼ਾਂ ਕੋਲੇ ਜਾਂਦੇ ਹਾਂ, ਉਤੋਂ ਕੀ ਮੰਗਣਾ, ਕੀ ਲੈਣਾ, ਕਿਵੇਂ ਜਾਣਾ। ਸਾਨੂੰ ਵਾਲੇ ਇਹੀ ਨਹੀਂ ਪਤਾ, ਕਿਤੇ ਗੁਰਦੁਆਰੇ ਜਾਂਦੇ ਆ, ਉਤੋਂ ਕੀ ਮੰਗਣਾ, ਕਿਹੜੀ ਵਿਧੀ ਨਾਲ ਮਿਲੂਗਾ, ਨਹੀਂ ਪਤਾ। ਮੈਂ ਦਾਅਵੇ ਨਾਲ ਕਹਿਣਾ, ਅੱਜ ਅਸੀਂ ਮੰਦਰ ਵਿੱਚ ਜਾਂਦੇ ਹਾਂ, ਸਾਨੂੰ ਇਹੀ ਨਹੀਂ ਪਤਾ ਮੰਦਰ ਦੇ ਵਿੱਚ ਸਾਨੂੰ ਕੀ ਮਿਲੂਗਾ, ਕੀ ਨਹੀਂ ਮਿਲੂਗਾ, ਨਹੀਂ ਪਤਾ ਹੈ। ਹੁਣ ਗੁਰੂ ਮਹਾਰਾਜ ਦੀ ਬਾਣੀ ਕਹਿੰਦੀ ਆ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀ ਹੈ ਉਤਰੇ ਮਨ ਦੀ ਭੁੱਖ। ਹੁਣ ਤੁਸੀਂ ਜਾਂਦੇ ਹੋ ਗੁਰਦੁਆਰੇ, ਗੁਰਦੁਆਰੇ ਜਾ ਕੇ ਕੀ ਮੰਗਦੇ ਹੋ ਗ੍ਰੰਥ ਸਾਹਿਬ ਦੇ ਚਰਨਾਂ ਵਿੱਚੋਂ? ਮਹਾਰਾਜ ਸਾਨੂੰ ਦੁੱਧ ਦੇ ਦੀ, ਸਾਨੂੰ ਪੁੱਤ ਦੇ ਦੀ, ਸਾਡਾ ਕਾਰੋਬਾਰ ਚੜ੍ਹਦੀ ਕਲਾ ਵਿੱਚ ਹੋਵੇ, ਸਾਡੀਆਂ ਕੋਠੀਆਂ ਪੈ ਜਾਣਾ, ਅਸੀਂ ਜ਼ਮੀਨ ਦੇ ਮਾਲਕ ਬਣ ਜਾਈਏ, ਆਈ ਮੰਗਾਣੇ, ਹੱਦ ਤੱਕ ਮੰਗਾਣੇ। ਦੇ ਲਓ ਤੁਸੀਂ, ਦਊਗਾ ਮਹਾਰਾਜ, ਦਊਗਾ, ਇਹ ਦੇ ਦਿੰਦਾ। ਪਰ ਦੂਜਾ ਪਾਸਾ ਕੀ ਮਹਾਰਾਜ ਨੇ? ਜ਼ਹਿਰ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਤਾਂ ਤੁਸੀਂ ਮੰਗ ਲਏ, ਜ਼ਹਿਰ ਤੁਸੀਂ ਮੰਗ ਲਏ। ਫਿਰ ਕਹਿੰਦੇ ਮਹਾਂਪੁਰਸ਼ਾਂ ਕੋਲ ਜਾਂਦੇ ਸੁੱਖ ਨਹੀਂ ਮਿਲਦਾ, ਗੁਰਦੁਆਰੇ ਜਾਂਦੇ ਸੁੱਖ ਨਹੀਂ ਮਿਲਦਾ, ਕਿੱਥੋਂ ਮਿਲੂਗਾ? ਬਚਨ ਤਾਂ ਮੰਨਦੇ ਨਹੀਂ, ਮੰਗਦੇ ਜ਼ਹਿਰ ਹੋ। ਗੁਰਦੁਆਰੇ ਜਾਣ ਦੀ ਮਰਿਆਦਾ ਮੈਂ ਬਹੁਤ ਵਾਰੀ ਦੱਸਦਾ ਕੀ ਹੈ। ਜਦੋਂ ਗੁਰਦੁਆਰੇ ਸਾਹਿਬ ਜਾਣਾ ਨਾ ਅੰਮ੍ਰਿਤ ਵੇਲੇ, ਆਪਣੇ ਘਰ ਦੇ ਵਿੱਚੋਂ ਦੋ ਸੰਗਤ ਜਾਂਦੇ ਹੋ, ਇੱਕ ਸੰਗਤ ਜਾਂਦੇ ਹੋ, ਜਿਹੜੀ ਨਿਕਲਦੇ ਹੀ ਗੁਰਦੁਆਰੇ ਜਾਂਦੇ ਜਾਂਦੇ ਕੋਈ ਦੁਨਿਆਵੀ ਬਚਨ ਨਹੀਂ ਕਰਨਾ, ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਦਾ ਪਾਠ ਇਹ ਕਰਦੇ ਜਾਣਾ, ਹੋਰ ਕੋਈ ਬਚਨ ਨਹੀਂ ਕਰਨਾ। ਵਾਹਿਗੁਰੂ ਵਾਹਿਗੁਰੂ ਕਰਦੇ ਭਾਗੇ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਐ ਮੱਥਾ ਟੇਕੋ। ਮੱਥਾ ਟੇਕ ਕੇ ਆ ਜਿਹੜਾ ਮਸਤਕ ਆ ਮੱਥਾ, ਇਹਨੂੰ ਮਹਾਰਾਜ ਦੇ ਐ ਲਾਓ, ਧਰਤੀ ਨਾਲ ਰਗੜਾਓ ਮੱਥੇ ਨੂੰ। ਫਿਰ ਕੀ ਹੋਊਗਾ? ਤੁਹਾਡੀਆਂ ਪੁੱਠੀਆਂ ਰੇਖਾਂ ਸਿੱਧੀਆਂ ਬਣ ਜਾਣਗੀਆਂ। ਆਪਾਂ ਮੋਹਰ ਲਾਉਂਦੇ ਹਾਂ, ਮੋਹਰ ਦੇ ਉੱਪਰ ਅੱਖਰ ਪੁੱਠੇ ਪਏ ਹੁੰਦੇ ਨੇ, ਦੇਖ ਲਓ ਤੁਸੀਂ, ਜਿਹੜੀ ਮੋਹਰ ਆ ਉਹਦੇ ਅੱਖਰ ਪੁੱਠੇ ਹੁੰਦੇ ਨੇ। ਜਦੋਂ ਮੋਹਰ ਆਪਾਂ
ਸਿਆਹੀ ਨਾਲ ਲਾਈ, ਉਹ ਕਾਗਜ਼ੋਂ ਪਟੱਪਾ ਮਾਰਿਆ ਉਹਦੇ ਅੱਖਰ ਸਿੱਧੇ ਬਣ ਜਾਂਦੇ ਨੇ, ਪੁੱਠੇ ਬਣ ਗਏ ਨਾ ਸਿੱਧੇ। ਇਸੇ ਤਰ੍ਹਾਂ ਹੀ ਜਦੋਂ ਗੁਰੂ ਦੀ ਮੋਹਰ ਲੱਗੀ ਨਾ, ਆ ਮੱਤ ਗਿਆ ਦੇਖ ਜਿਹੜੇ ਜਨਮ ਜਨਮ ਦੇ ਪੁੱਠਿਆਂ ਨੇ ਸਿੱਧੇ ਹੋ ਜਾਂਦੇ ਨੇ। ਫਿਰ ਉਸ ਤੋਂ ਕੀ ਮੰਗਣਾ? ਪੁੱਤ ਨਹੀਂ ਮੰਗਣਾ, ਦੁੱਧ ਨਹੀਂ ਮੰਗਣਾ, ਮਾਇਆ ਨਹੀਂ ਮੰਗਣੀ, ਕੋਠੀਆਂ ਨਹੀਂ ਮੰਗਣੀਆਂ। ਐ ਪੱਲਾ ਲਿਆ ਕਰੋ, ਭਾਵੇਂ ਪੱਲਾ ਅੱਡ ਕੇ ਖੜ ਜਾ ਕਰੋ ਗੁਰੂ ਸਾਹਿਬ ਚਰਨਾਂ 'ਚ। ਕਿਸੇ ਮਹਾਂਪੁਰਸ਼ਾਂ ਨੂੰ ਮੰਨਦੇ ਹੋ ਰੱਬ, ਉਹਦੇ ਚਰਨਾਂ ਵਿੱਚ ਜਾਂਦੇ ਹੋ, ਪੱਲਾ ਅੱਡ ਲਿਆ ਕਰੋ, ਕੁਛ ਨਾ ਮੰਗੋ। ਹੋਰ ਕੀ ਮੰਗਣਾ? ਆਹ ਦੱਸ ਮੰਗਿਆ ਕਰੋ। ਇਸ ਤਰ੍ਹਾਂ ਪੜੋ ਸਾਧ ਸੰਗਤ ਜੀ। ਪਾਵਨਾ ਜੀ ਸਾਨੂੰ ਖੈਰ ਬੰਦਗੀ, ਪਾਵਨਾ ਸਾਨੂੰ ਖੈਰ ਬੰਦਗੀ ਦਾ। ਨਾਮ ਦੀ ਦਾਤ ਮੰਗੋ। ਮਹਾਰਾਜ ਕਿਰਪਾ ਕਰੋ, ਸਾਡੀ ਝੋਲੀ ਵਿੱਚ ਨਾਮ ਪਾ ਦਿਓ। ਜਦੋਂ ਨਾਮ ਮਿਲ ਗਿਆ, ਸਿਮਰਨ ਮਿਲ ਗਿਆ, ਫਿਰ ਕੀ ਬੋਲ ਲੱਗ ਗਈ? ਰੱਬ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ। ਰੱਬ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਇਹ ਦੋਏ ਪੰਕਤੀ ਦਾ ਕਦੇ ਅਰਥ ਕੱਢ ਲਓ ਵੀ ਕੀ ਮਹਾਰਾਜ ਨੇ ਕਾਸਰ ਤੁਹਾਡੀ ਰੱਖ ਲਈ ਕੁਝ ਦੇਣ 'ਚ। ਉਹ ਸਭ ਕੁਛ ਹੀ ਦੇਤਾ ਖਜ਼ਾਨਾ। 9 ਨਿਧੀਆਂ 18 ਸਿੱਧੀਆਂ ਚਾਰੇ ਪਦਾਰਥ ਉਹ ਤੁਹਾਨੂੰ ਮਹਾਰਾਜ ਨੇ ਦੇਤੇ। ਫਿਰ ਕਿਉਂ ਜ਼ਹਿਰ ਮੰਗਦਾ? ਜ਼ਹਿਰ ਮੰਗਦੇ ਆਪਾਂ। ਮੈਂ ਗਰੰਟੀ ਨਾਲ ਕਹਿਣਾ, ਗੁਰਦੁਆਰੇ ਜਾਂਦੇ ਨੇ ਜ਼ਹਿਰ ਮੰਗਦੇ ਨੇ, ਕਿਸੇ ਮਹਾਂਪੁਰਸ਼ਾਂ ਕੋਲ ਜਾਂਦੇ ਹੋ ਜ਼ਹਿਰ ਲੈ ਕੇ ਆਉਂਦੇ ਹੋ। ਦੋਸ਼ ਕਿਹਨੂੰ ਦਿੰਦੇ ਹੋ? ਗੁਰਦੁਆਰੇ ਵੀ ਜਾਂਦੇ ਆ, ਸਾਡਾ ਭਲਾ ਨਹੀਂ ਹੁੰਦਾ, ਭਲਾ ਕੋਈ ਤੋਂ ਮੰਗਦੇ ਜ਼ਹਿਰੋਂ। ਮਹਾਂਪੁਰਸ਼ਾਂ ਕੋਲ ਜਾਂਦੇ ਆ, ਸਾਡਾ ਭਲਾ ਨਹੀਂ ਹੁੰਦਾ, ਭਲਾ ਕੀਤਾ ਹੋਊਗਾ, ਮੰਗਦੇ ਜ਼ਹਿਰੋਂ। ਜ਼ਹਿਰ ਨਾ ਮੰਗਿਆ ਕਰੋ, ਨਾਮ ਮੰਗਿਆ ਕਰੋ। ਨਾਮ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਗੁਰੂ ਕਾ ਨਾਮ ਜਪਦਾ ਜਾਈ। ਜਦੋਂ ਉਹਨੇ ਪਿੰਡ ਜਾਏਗਾ ਟੋਭੇ 'ਤੇ, ਇੱਥੋਂ ਸੰਗਤ ਕਰਕੇ ਦੀਵਾਨ ਸੁਣ ਕੇ ਵਾਹਿਗੁਰੂ 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 ਨਾਮ ਕਰਦਾ ਪਿੰਡ ਜਾਈ। ਫਿਰ ਛੱਪੜ 'ਤੇ ਪਹੁੰਚ, ਤੇਰਾ ਸਾਕਾ ਦੂਰ ਹੋ ਜਾਊਗਾ। ਜੋ ਤੇਰਾ ਸਾਕਾ ਹੋਰ ਗੁਰੂ ਪਿਆਰਿਓ, ਹੁਣ ਉਹ ਵਾਹਿਗੁਰੂ 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 ਕਰਦਾ ਜਾਂਦਾ। ਵਾਹਿਗੁਰੂ ਵਾਹਿ ਕਰਦਾ ਜੋ ਜਾਂਦਾ ਨਾ, ਉਹਦੇ ਪਿਛਵਾੜੇ ਟੋਭਾ ਟੋਭੇ 'ਤੇ ਵਗ ਜਾਂਦਾ। ਜੋ ਟੋਭੇ 'ਤੇ ਗਿਆ ਜਾ ਕੇ ਕੀ ਦੇਖਦਾ? ਉੱਥੇ ਕੌਆਂ ਦਾ ਜੋੜਾ ਬੈਠਾ, ਕੌਆਂ ਦਾ। ਦੇਖਿਆ ਹੈਰਾਨ ਹੋ ਗਿਆ ਬਈ ਜਾਨਵਰ ਨੇ, ਕਹੋ ਨੇ, ਤਾਂ ਕੀ ਪੁੱਛਿਆ ਮੈਂ? ਮੇਰਾ ਸਾਕਾ ਕਿਵੇਂ ਦੂਰ ਹੋਊਗਾ? ਇਹ ਤਾਂ ਫਿਰ ਉਹੀ ਗੱਲ ਹੋ ਗਈ, ਸਾਕਾ ਦੂਰ ਤਾਂ ਹੋਇਆ ਨਾ। ਕਹੋ ਕੀ ਖਾਂਦੇ ਨੇ? ਗੰਦ। ਕਹੋ ਦਾ ਰੰਗ ਕੀ ਆ? ਕਾਲਾ। ਪਤਾ ਹੀ ਹੈ ਤੁਹਾਨੂੰ, ਸਾਕਾ ਨਾ ਦੂਰ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਵਗ ਗਿਆ।
ਕਦੇ ਗੁਰਮੁਖਾ ਸ਼ੰਕਾ ਦੂਰ ਹੋ ਗਿਆ ਤੇਰਾ? ਕਦੇ ਹੋਇਆ ਨਹੀਂ। ਕੀ ਗੱਲ? ਮਾਰੇ ਉੱਥੇ ਕੌਮ ਬੈਠੇ ਤੇ ਜਦੋਂ ਮੈਂ ਕੋਲੇ ਗਿਆ ਉਹ ਉੜ ਕੇ ਪਰਾਂ ਹੋ ਗਏ ਬੜੇ ਜੇ। ਮੈਂ ਹੋਰ ਵਾਲੇ ਨੇ ਦੇਖਿਆ, ਮੈਨੂੰ ਕੁਝ ਨਹੀਂ ਮਿਲਿਆ। ਅੱਜ ਫੇਰ ਜਾ। ਦੀਵਾਨ ਸੁਣਿਆ, ਵਾਹਿਗੁਰੂ ਵਾਹਿਗੁਰੂ ਸਿਮਰ ਕਰਦਾ ਗਿਆ, ਗੁਰੂ ਨਾਨਕ ਦੇ ਦਰਸ਼ਨ ਕੀਤੇ। ਦੂਜੇ ਦਿਨ ਜਾ ਕੇ ਕੀ ਦੇਖਦਾ, ਉਸੇ ਟੋਭੇ ਦੇ ਉੱਪਰ ਕੌਮ ਦੀ ਜਗ੍ਹਾ ਦੇ ਉੱਪਰ ਇੱਕ ਬਾਗਲੇ ਦਾ ਜੋੜਾ। ਬਾਗਲੇ ਸਮਝੋ ਕੀ ਹੁੰਦੇ ਨੇ, ਜੇ ਟੋਭੇ 'ਤੇ ਰਹਿੰਦੇ ਨੇ। ਬਾਗਲੇ ਕੀ ਕਰਦੇ ਨੇ? ਡੱਡੀਆਂ ਕਰਦੇ ਨੇ ਬਾਰ ਬਾਰ, ਪਾਪ ਕਰਦੇ ਨੇ। ਕਿਸੇ ਵੇਲੇ ਦਾ ਰੰਗ ਹੁੰਦਾ। ਹੁਣ ਗੁਰੂ ਪਿਆਰੋ ਫੇਰ ਮਨ ਦੇ ਵਿੱਚ ਸ਼ੰਕਾ ਲੈ ਲਿਆ, ਅੱਗੇ ਕਾਲੇ ਕੌਣ ਸੀਗੇ, ਹੁਣ ਬਾਗਲੇ ਨੇ। ਇਹਨਾਂ ਦੇ ਰੰਗ ਕਿਸ ਭੈੜਾ ਜਾਂ ਕੀ ਕਰੀਏ? ਸ਼ੰਕਾ ਦੂਰ ਨਾ ਹੋਇਆ। ਮੁੜ ਕੇ ਫੇਰ ਵਗ ਗਿਆ ਗੁਰੂ ਨਾਨਕ ਪਾਤਸ਼ਾਹ ਦੇ ਕੋਲ। ਗੁਰੂ ਨਾਨਕ ਮਹਾਰਾਜ ਕਹਿੰਦੇ, ਭਾਈ ਤੇਰਾ ਸ਼ੰਕਾ ਦੂਰ ਹੋਇਆ ਕਿ ਨਹੀਂ ਹੋਇਆ? ਕਦੇ ਹੋਇਆ ਨਹੀਂ ਮਹਾਰਾਜ। ਕਹਿੰਦੇ ਬਹਿ ਜਾ ਫਿਰ ਦੀਵਾਨ ਦੇ ਵਿੱਚ, ਸੁਣ ਦੀਵਾਨ, ਕਰ ਦਰਸ਼ਨ। ਦਰਸ਼ਨ ਕੀਤੇ ਗੁਰੂ ਨਾਨਕ ਪਾਤਸ਼ਾਹ ਦੇ। ਦੀਵਾਨ ਦੇ ਵਿੱਚ ਬੈਠਾ ਕੀਤਾ। ਔਰ ਜਦੋਂ ਫਿਰ ਤੀਜੇ ਦਿਨ ਗਿਆ, ਵਾਹਿਗੁਰੂ ਵਾਹਿਗੁਰੂ ਕਰਦਾ, ਤੀਜੇ ਦਿਨ ਜਾ ਕੇ ਕੀ ਦੇਖਦਾ, ਉਹ ਬਾਗਲਿਆਂ ਦੀ ਜਗ੍ਹਾ ਦੇ ਉੱਪਰ ਇੱਕ ਹੰਸ ਦਾ ਜੋੜਾ ਬੈਠਾ। ਹੰਸ ਸਫੈਦ ਹੁੰਦਾ, ਰੰਗ ਬਿਰੰਗਾ। ਉਹਦਾ ਖਾਣਾ ਕੀ ਹੁੰਦਾ? ਮਾਨਸਰੂਪ ਦੇ ਵਿੱਚੋਂ ਮੋਤੀ ਚੁੱਕਦੇ ਨੇ ਹੰਸ। ਇੱਕ ਹੰਸ ਦੇ ਵਿੱਚ ਹੋਰ ਬੜੀ ਵਿਸ਼ੇਸ਼ਤਾ, ਉਹਦੀ ਚੁੰਝ ਦੇ ਵਿੱਚ ਕਟਾਈ ਹੁੰਦੀ ਹੈ ਹੰਸ ਦੇ। ਜਿਹਨੂੰ ਕਟੋਰੇ ਵਿੱਚ ਦੁੱਧ ਪਾਈਏ ਹੰਸ ਨੂੰ ਆਪਾਂ ਨਾ, ਜਦੋਂ ਦੁੱਧ ਪੀਂਦਾ ਉਹਦੀ ਚੁੰਝ ਦੇ ਕਟਾਈ ਦੇ ਨਾਲ ਦੁੱਧ ਫਟ ਜਾਂਦਾ, ਪਾਣੀ ਲਹਿਦਾ ਹੋ ਜਾਂਦਾ, ਫੁੱਟੀਆਂ ਲਹਿਦਾ ਹੋ ਜਾਂਦੀਆਂ ਨੇ। ਫਿਰ ਉਹ ਪਾਣੀ ਰਹਿਣ ਦਾ ਫੁੱਟਿਆ ਛਕ ਰਹਿੰਦਾ। ਇਹ ਵਿਸ਼ੇਸ਼ਤਾ ਹੰਸ ਦੀ। ਚਲੋ ਸ਼ੰਕਾ ਫੇਰ ਲੈ ਲਈ, ਚਿੱਟਾ ਰੰਗ ਆ, ਸਫੈਦ ਰੰਗ ਆ, ਹਨ ਤਾਂ ਇਹ ਜਾਨਵਰ ਹੈ ਨਾ। ਕੀ ਪੁੱਛਿਆ ਨਾ ਤੂੰ? ਗੁੜੇ ਜਾਊਂਗਾ ਉੜ ਜਾਣਗੇ। ਫਿਰ ਸ਼ੰਕਾ ਲੱਗੇ ਵਗ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸ਼ੰਕਾ ਦੂਰ ਹੋਈ ਨਹੀਂ? ਹੋਈ ਨਹੀਂ ਮਹਾਰਾਜ। ਕੀ ਦੇਖਿਆ? ਹੰਸ ਸੀ, ਜਾਨਵਰ ਸੀ। ਚੰਗਾ ਪ੍ਰੈ ਕਰ। ਅੱਜ ਚੌਥੇ ਦਿਨ ਫੇਰ ਜਾ, ਦੀਵਾਨ ਸੁਣ, ਦੀਵਾਨ 'ਚ ਹਾਜ਼ਰੀ ਭਰ, ਦਰਸ਼ਨ ਕਰ, ਨਾਮ ਜਪਦੇ ਹੀ ਜਾਓ ਉਸੇ ਤਰ੍ਹਾਂ, ਵਾਹਿਗੁਰੂ 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 ਵਾਹਿਗੁਰੂ। ਜਦੋਂ ਗਿਆ ਨਾ ਚੌਥੇ ਦਿਨ, ਟੋਭੇ ਦੇ ਕਿਨਾਰੇ ਉੱਪਰ ਜਾਂਦਾ। ਟੋਭੇ ਦੇ ਕਿਨਾਰੇ ਉੱਪਰ ਕੀ ਦੇਖਦਾ, ਉਹ ਹੰਸਾਂ ਦੀ ਜਗ੍ਹਾ ਦੇ ਉੱਪਰ ਇੱਕ ਮਹਾਂਪੁਰਸ਼ਾਂ ਦਾ ਜੋੜਾ ਬੈਠਾ, ਜਿਹਨਾਂ ਦੇ ਬਾਸਤਰ ਚਿੱਟੇ ਪਾਏ ਹੋਏ ਨੇ, ਸਫੈਦ ਪਾਏ ਹੋਏ ਨੇ। ਮਨ ਦੇ ਕੇ ਨਾਲ ਹੋ ਗਿਆ। ਕਹਿਣ ਲੱਗਿਆ ਵੀ ਇਹ ਮਹਾਂਪੁਰਸ਼ ਨੇ ਤਾਂ ਪੁੱਛ ਸਕਦੇ ਆਪਾਂ, ਮਹਾਂਪੁਰਸ਼ੋ। ਹਾਂ ਭਾਈ ਗੁਰੂ, ਮੈਨੂੰ ਗੁਰੂ ਨਾਨਕ ਨੇ ਤੁਹਾਡੇ ਕੋਲ ਭੇਜਿਆ ਸ਼ੰਕਾ ਦੂਰ ਕਰਨ ਵਾਸਤੇ। ਦੱਸੋ ਨਾਮ ਜਪਣ ਦਾ ਕੋਈ ਫਾਇਦਾ ਹੈਗਾ? ਭਜਨ ਕਰਨ ਦਾ ਕੋਈ ਫਲ ਹੈਗਾ? ਉਹ ਜਿਹੜੇ ਮਹਾਂਪੁਰਸ਼ ਕੌਣ ਤੋਂ ਮਹਾਂਪੁਰਸ਼ ਬਣੇ ਹੋਏ ਤੇ, ਉਹ ਕਹਿੰਦੇ ਗੁਰਮੁਖਾ ਤੇਰਾ ਸ਼ੰਕਾ ਵਾਲੇ ਦੂਰ ਨਹੀਂ ਹੋਇਆ? ਕਹਿੰਦਾ ਦੂਰ ਨਹੀਂ ਹੋਇਆ। ਕਹਿੰਦਾ ਲੈ ਸੁਣ ਲਾ, ਤੂੰ ਪਹਿਲੇ ਦਿਨ ਕਿੱਥੋਂ ਆਇਆ ਸੀ? ਕਹਿੰਦਾ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਆਇਆ ਸੀ। ਕੀ ਕਰਕੇ ਆਇਆ ਸੀ? ਮੈਂ ਦੀਵਾਨ ਸੁਣ ਕੇ ਆਇਆ ਸੀ, ਮੈਂ ਗੁਰੂ ਨਾਨਕ ਦੇ ਦਰਸ਼ਨ ਕਰਕੇ ਆਇਆ ਸੀ। ਕਹਿੰਦਾ ਜਦੋਂ ਤੂੰ ਪਹਿਲੇ ਦਿਨ ਗੁਰੂ ਨਾਨਕ ਦੇ ਦਰਸ਼ਨ ਕਰਕੇ ਆਇਆ, ਸੰਗਤ ਸੁਣ ਕੇ ਆਇਆ, ਕਹਿੰਦੇ ਅਸੀਂ ਮਾੜੇ ਕਰਮ ਕਰਕੇ 1,83 ਲੱਖ ਜੂਨ ਭੂਸੇ ਕੌਮ ਦੀ ਜੂਨੀ ਪਏ ਹੋਏ ਤੇ, ਅਸੀਂ ਕੌਮ ਬਣੇ ਹੋਏ ਸੀ। ਉਹ ਮੂਰਖਾ ਤੂੰ ਤਾਂ ਦਰਸ਼ਨ ਕਰਕੇ ਆਇਆ ਸੀ ਗੁਰੂ ਨਾਨਕ ਦੇ,
ਤੂੰ ਸੰਗਤ ਕਰਕੇ ਆਇਆ ਸੀ ਗੁਰੂ ਨਾਨਕ ਦੀ, ਉਹ ਅਸੀਂ ਤੇਰੇ ਦਰਸ਼ਨ ਕਰਕੇ ਇਹ ਕੌਮਾਂ ਤੋਂ ਕਹਿੰਦਾ ਫੇਰ ਬਣ ਗਏ ਤੇ ਬਗਲੇ, ਕਹਿੰਦਾ ਅਸੀਂ ਬਣ ਗਏ, ਕਹਿੰਦਾ ਤੂੰ ਰੱਬ ਦੇ ਕਹਿੰਦਾ ਦਰਸ਼ਨ ਕਰਕੇ ਨਹੀਂ ਤਰ ਸਕਦਾ। ਕਹਿੰਦਾ ਜਦੋਂ ਤੂੰ ਫੇਰ ਗੁਰੂ ਨਾਨਕ ਦੇ ਦਰਸ਼ਨ ਕਰਕੇ ਆਇਆ ਉਹਦੀ ਜ਼ੁਬਾਨ ਸੁਣ ਕੇ ਆਇਆ, ਤੈਨੂੰ ਜੁਗਤੀ ਦੱਸੀ ਨਾਮ ਜਪਦਾ ਜੀ, ਨਾਮ ਜਪਦਾ ਆਇਆ, ਅੱਜ ਤੇਰੇ ਸਾਹਮਣੇ ਬੈਠਿਆ ਸੀ। ਉਹ ਤੂੰ ਗੁਰੂ ਨਾਨਕ ਦੇ ਦਰਸ਼ਨ ਕੀਤੇ, ਅਸੀਂ ਤੇਰੇ ਦਰਸ਼ਨ ਕਰਕੇ ਉਹ ਜੁਨੇ ਤੋਂ ਬਗਲੇ ਤੋਂ ਆਸਾ ਜੇ ਮਹਾਂਪੁਰਸ਼ ਬਣੇ ਬੈਠੇ ਆ, ਤੇਰੇ ਸਾਹਮਣੇ ਨਹੀਂ ਸਾਹਮਣੇ ਜਾ ਵਗ ਜਾ। ਉਹ ਤੇਰੇ ਘਰ ਰੱਬ ਆਇਆ, ਰੱਬ ਫੜ ਲਾ ਚਰਨ ਰੱਬ ਦੇ, ਬਖਸ਼ਾਲਾ ਪੁਰਲਾ ਰੱਬ ਤੋਂ, ਉਹ ਰੱਬ ਆ, ਸ਼ੰਕਾ ਨਾ ਕਰੀ ਕੋਈ। ਜਦ ਹੀ ਭੱਜ ਰਿਹਾ ਪੁੱਠੇ ਪੈਰੀ, ਭੱਜਿਆ ਆਉਂਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨ ਫੜ ਲਏ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਈ ਤੇਰੀ ਸ਼ੰਕਾ ਦੂਰ ਹੋ ਗਈ, ਕਹਿੰਦੇ ਬਾਰੇ ਇੱਕ ਜਨਮ ਦੇ ਕਈ ਜਨਮਾਂ ਦੀ ਹੋ ਗਈ। ਪਤਾ ਭੁੱਲਿਆ ਫਿਰਦਾ ਸੀ, ਭੜਕਿਆ ਫਿਰਦਾ ਸੀ। ਉਹ ਮਹਾਰਾਜ ਤੁਸੀਂ ਰੱਬ ਮੇਰੇ ਘਰ ਆਏ, ਮੈਂ ਤੁਹਾਡੇ ਦਰਸ਼ਨ ਕਰਕੇ ਸ਼ੰਕਾ ਕਰੀ ਗਿਆ, ਮੈਂ ਤੁਹਾਡੇ ਦਰਸ਼ਨ ਕਰੇ ਮੇਰੇ ਦਰਸ਼ਨ ਕਰਕੇ ਉਹਦੀ 84 ਲੱਖ ਜੂਨ ਕੱਟੀ ਗਈ। ਤੁਸੀਂ ਮੇਰੇ ਘਰ ਰੱਬ ਪਰਮੇਸ਼ਰ ਬਖਸ਼ ਦਿਓ ਮੈਨੂੰ। ਕਹਿੰਦੇ ਭਾਈ ਨਾਮ ਜਪਣ ਦੇ ਵਿੱਚ ਸ਼ੰਕਾ ਨਾ ਕਰੋ, ਸ਼ੰਕਾ ਕਰਦੇ ਨੇ ਫਿਰ ਆਪਾਂ ਨਰਕਾਂ ਦਾ ਘਰ ਹੀ ਬਣ ਜਾਂਦੇ ਹਾਂ। ਅਤੇ ਸਾਧ ਸੰਗਤ ਜਿਹੜੇ ਰੱਬ ਦੇ ਪਿਆਰੇ ਹੁੰਦੇ ਨਾ, ਪਰਮੇਸ਼ਰ ਦੇ ਪਿਆਰੇ ਹੁੰਦੇ ਨੇ, ਔਰ ਰੱਬ ਦੇ ਵਿੱਚ ਔਰ ਉਹਨਾਂ ਵਿੱਚ ਕੋਈ ਅੰਤਰ ਨਹੀਂ ਹੁੰਦਾ ਜਮਾਂ ਹੀ। ਜੇ ਸਮਝੋਗੇ ਤਾਂ ਤੁਹਾਨੂੰ ਵਾਲੇ ਰੰਗ ਨਹੀਂ ਚੜ੍ਹੇ, ਝੂਠਾ ਰੰਗ ਚੜ੍ਹਿਆ। ਪੂਰੀ ਸਦੀ ਹੋ ਗਈ, ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨ ਫੜ ਕੇ ਨਾ ਇਸ ਤਰ੍ਹਾਂ ਬਚਨ ਕਹੀ ਜਾਂਦਾ, ਇੱਦਾਂ ਭਰੋਸਾ ਕਿਵੇਂ ਕਰੀ ਜਾਂਦਾ। ਦਰਸ਼ਨ ਤੇਰਾ ਸਤਿਗੁਰ ਜੀ ਮੈਂ ਦੇਖਦੇ ਜੀਵਾ, ਦਰਸ਼ਨ ਤੇਰਾ ਪਿਆਰਿਆ ਮੈਂ ਦੇਖ ਜੀਵਾ। ਦਰਸ਼ਨ ਤੇਰਾ ਸਤਿਗੁਰ ਜੀ ਮੈਂ ਦੇਖਦੇ ਜੀਵਾਂ, ਦਰਸ਼ਨ ਤੇਰਾ ਵਾਹਿਗੁਰੂ ਮੈਂ ਦੇਖ ਜੀਵਾਂ। ਦੇਖ ਜੀਵਾਂ ਦੇਖ ਜੀਵਾਂ ਤੈਨੂੰ ਦੇਖ ਜੀਵਾਂ। ਦੇਖ ਜੀਵਾਂ ਦੇਖ ਜੀਵਾਂ।
ਦਰਸ਼ਨ ਤੇਰਾ ਸਤਿਗੁਰ ਜੀ ਮੈਂ ਦੇਖ ਦੇਖ ਜੀਵਾਂ ਦਰਸ਼ਨ ਤੇਰਾ ਪਿਆਰਿਆ ਮੈਂ ਦੇਖ ਦੇਖ ਜੀਵਾਂ ਸ਼ੰਕਾ ਦੂਰ ਹੋ ਗਿਆ। ਹੁਣ ਇਸ ਕਰਕੇ ਸਾਧ ਸੰਗਤ ਜੀ ਤੁਸੀਂ ਜੇ ਮਨ ਦੀ ਇਕਾਗਰਤਾ ਕਰਕੇ ਇਸ ਦੀਵਾਨ ਦੇ ਵਿੱਚ ਬੈਠੇ ਹੋ ਸ਼ਰਧਾ ਕਰਕੇ ਸਤਿਗੁਰੂ ਜੀ ਬਿਰਾਜਮਾਨ ਨੇ ਆਗਿਆ ਪਾਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਜੀ ਦੇ ਇਹ ਦਰਸ਼ਨ ਕਰੋ ਸਤਿਗੁਰਾਂ ਦੇ ਦਰਸ਼ਨ ਕਰੋ ਕੰਨਾਂ ਦੇ ਨਾਲ ਕੀਰਤਨ ਸੁਣੋ ਫਿਰ ਉਹ ਕੀਰਤਨ ਦੇ ਵਿੱਚੋਂ ਜਿਹੜੇ ਮਹਾਂਪੁਰਸ਼ਾਂ ਦੇ ਬਚਨ ਆਉਂਦੇ ਨੇ ਉਹਨਾਂ ਨੂੰ ਕਮਾਓ ਵੱਧ ਤੋਂ ਵੱਧ ਕਮਾਓ ਵੱਧ ਤੋਂ ਵੱਧ ਜਦੋਂ ਫਿਰ ਵੱਧ ਤੋਂ ਵੱਧ ਕਮਾਉਣ ਲੱਗ ਗਏ ਨਾ ਜਿਹੜੇ ਜਗਿਆਸੂ ਨੇ ਅਮਰ ਕਰ ਲਿਆ ਉਸ ਨੂੰ ਵੀ ਫਿਰ ਗੁਰੂ ਦੇ ਵਾਂਗੂ ਦੁਨੀਆ ਪੂਜਣ ਲੱਗ ਜਾਂਦੀ ਹੈ ਪੂਜਦੀ ਹੈ ਸ਼ਰਤ ਕਿ ਗੁਰਸਿੱਖ ਦਾ ਵਿਸ਼ਵਾਸ ਆਪਣੇ ਗੁਰੂ ਤੇ 101% ਪੂਰਨ ਬਣ ਜਾਵੇ ਗੁਰਸਿੱਖ ਆਪਣੇ ਗੁਰੂ ਦੀਆਂ ਕਸ਼ਵੱਟੀਆਂ ਦੇ ਵਿੱਚੋਂ ਪਾਸ ਹੋ ਜਾਵੇ ਜਦੋਂ ਪਾਸ ਹੋ ਗਿਆ ਗੁਰੂ ਖੁਸ਼ ਹੋ ਗਿਆ ਉਹ ਗੁਰੂ ਦੀ ਅੰਦਰਲੀ ਖੁਸ਼ੀ ਹੈ ਨਾ ਫਿਰ ਉਹ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲਹਿਣੇ ਨੂੰ ਬਖਸ਼ਤਾ ਸੀ ਸਭ ਕੁਛ ਬਖਸ਼ਤਾ ਨਾ ਭਾਈ ਲਹਿਣੇ ਨੂੰ ਅੰਗ ਪਰਸ ਕੇ ਅੰਗ ਤਾਂ ਬਣਿਆ ਜਿਉਂ ਦੀਵੇ ਤੋਂ ਦੀਵਾ ਜੀ ਅੰਗ ਪਰਸ ਕੇ ਅੰਗ ਤੋਂ ਬਣਾਤਾ ਇਸੇ ਤਰ੍ਹਾਂ ਹੀ ਉਹ ਗੁਰਸਿੱਖ ਵੀ ਫਿਰ ਗੁਰੂ ਨੂੰ ਜਦੋਂ ਭਾ ਗਿਆ ਉਹ ਸਾਰੀ ਸ਼ਕਤੀ ਆਪਣੇ ਗੁਰਸਿੱਖ ਨੂੰ ਦੇ ਦਿੰਦਾ ਉਹ ਉਹਨੇ ਉਸ ਤੋਂ ਤਾਂ ਆਪਣੇ ਨੂੰ ਵੀ ਜ਼ਿਆਦਾ ਆਪਣੇ ਸਿੱਖ ਜੀ ਕਰਾਉਣ ਲੱਗ ਜਾਂਦਾ ਪਰ ਸ਼ਰਤ ਹੈ ਇਹਦੇ ਵਿੱਚ ਇੱਕ ਗੁਰੂ ਦੀ ਕਿਸਮਤੀ ਵਿੱਚੋਂ ਪਾਸ ਹੋ ਜਾਵੇ ਹੁਣ ਆਪਾਂ 10ਵੀਂ ਸਕੂਲ 'ਚ ਪੜ੍ਹਦੇ 10ਵੀਂ 'ਚ ਪੜ੍ਹਦੇ ਮੰਨ ਲਓ ਪੜ੍ਹਦੇ ਆ ਨਾ ਹੁਣ ਜੇ ਆਪਾਂ ਇਹ ਚੀਜ਼ ਕਹੀਏ ਵਾਸਤੇ ਬੜੇ ਸੋਹਣੇ ਪਾਲੇ ਕਿਤਾਬਾਂ ਬੜੀਆਂ ਵਧੀਆ ਲੈ ਲਈਆਂ ਥੱਲੇ ਸਾਈਕਲ ਵੀ ਨਵਾਂ ਲੈ ਲਿਆ ਸਕੂਲ ਨੂੰ ਆਪਾਂ ਪੜ੍ਹਨ ਜਾਂਦੇ ਹਾਂ ਤੇ ਪੜ੍ਹ ਕੇ ਫਿਰ ਇਮਤਿਹਾਨ ਦੇ ਵਿੱਚੋਂ ਪਾਸ ਨਾ ਹੋਏ ਜਿਹੜੇ ਪਰਚੇ ਪੈਂਦੇ ਨੇ ਉਹਨਾਂ ਵਿੱਚੋਂ ਪਾਸ ਨਾ ਹੋਏ ਫਿਰ 10ਵੀਂ ਦਾ ਸਰਟੀਫਿਕੇਟ ਮਿਲ ਜੂਗਾ ਨਹੀਂ ਮਿਲਣਾ ਨਹੀਂ ਹੈ 10ਵੀਂ ਦਾ ਸਰਟੀਫਿਕੇਟ ਜਦ ਮਿਲੂਗਾ ਜਦੋਂ ਜਿੰਨੇ ਵੀ ਸਬਜੈਕਟ ਉਹ 10ਵੀਂ ਦੇ ਹੋ ਗਏ ਉਹਦੇ ਵਿੱਚ ਉਹ ਪਾਸ ਹੋ ਗਿਆ ਐਟੋਮੈਟਿਕਲੀ ਚੰਡੀਗੜ੍ਹ ਯੂਨੀਵਰਸਿਟੀ ਤੋਂ ਸਰਟੀਫਿਕੇਟ ਮਿਲ ਜੂਗਾ ਦੇਣਾ ਪਊਗਾ ਜਦੋਂ ਸਿੱਖ ਗੁਰੂ ਦੇ ਸਕੂਲ ਦੇ ਵਿੱਚੋਂ ਕਸਵੱਟੀ ਬਣੇ ਪਰਚਾ ਬਣੇ ਇਮਤਿਹਾਨ ਉਹ ਇਮਤਿਹਾਨ ਦੇ ਵਿੱਚੋਂ ਪਾਸ ਹੋ ਗਿਆ ਫਿਰ ਉਹ ਗੁਰੂ ਨੂੰ ਆਪਣਾ ਹੀ ਰੂਪ ਦੇ ਦਿੰਦਾ ਬਸ ਆਪਣੇ ਵਰਗੇ ਬਣਾ ਲੈਂਦਾ ਆਪਣੇ ਨੂੰ ਵੀ 10 ਗੁਣਾ ਜ਼ਿਆਦਾ ਆਪਣੇ ਸੇਵਕ ਦੀ ਉਸਤਤ ਕਰ ਲਾਉਂਦਾ ਗੁਰੂ ਕੋਸ਼ਿਸ਼ ਕਰੋ ਸਤਿਗੁਰਾਂ ਦੇ ਮਹਾਂਪੁਰਸ਼ਾਂ ਦੇ ਕਿਰਪਾ ਨਾਲ ਪਾਸ ਹੋਈਏ ਕੋਸ਼ਿਸ਼ ਕਰੋ
ਸਕੂਲ ਦੇ ਵਿੱਚ ਪੜ੍ਹਦੇ ਹੋ, ਉਹ ਜਿੰਨੇ ਵੀ ਸਬਜੈਕਟ ਹੈਗੇ ਨੇ ਉਹਨਾਂ ਵਿੱਚੋਂ ਚੰਗੇ ਨੰਬਰ ਲੈ ਕੇ ਜਾਈਏ ਤਾਂ ਫਿਰ ਆਪਾਂ ਨੂੰ ਚਲੋ ਦਰਜਾ ਹੀ ਮਿਲਦਾ। ਮੈਨੂੰ ਤਾਂ ਪਤਾ ਨਹੀਂ ਕੀ ਕਹਿੰਦੇ ਫਸਟ ਆ ਗਿਆ, ਸੈਕਿੰਡ ਆ ਗਿਆ, ਇਸ ਤਰ੍ਹਾਂ ਦਰਜਾ ਮਿਲਦਾ ਚੰਡੀਗੜ੍ਹ ਯੂਨੀਵਰਸਿਟੀ 'ਚੋਂ। ਇੱਥੇ ਵੀ ਇੱਕ ਯੂਨੀਵਰਸਿਟੀ ਆ, ਕਿਹੜੀ ਆ, ਅਕਾਲ ਪੁਰਖ ਪ੍ਰੋਫੈਸ਼ਨਲ ਯੂਨੀਵਰਸਿਟੀ ਆ, ਕਿ ਉੱਥੋਂ ਮਿਲਦਾ ਵੀ ਪਰਚਾ ਸਾਰਾ। ਔਰ ਜੋ ਸੰਤ ਮਹਾਂਪੁਰਸ਼ ਹੁੰਦੇ ਨੇ, ਕੋਈ ਵੀ ਨਹੀਂ ਚਾਹੇ ਉਹ ਇੱਕ ਪ੍ਰੋਫੈਸਰ ਹੁੰਦੇ ਨੇ ਰੱਬ ਦੀ ਯੂਨੀਵਰਸਿਟੀ ਦੇ, ਉਹ ਪੜ੍ਹਾਉਣ ਵਾਲੇ ਹੁੰਦੇ ਸਟੂਡੈਂਟਾਂ ਨੂੰ ਸੰਘ ਦੇ ਰੂਪ ਦੇ ਵਿੱਚ। ਹੁਣ ਤੁਸੀਂ ਦੇਖ ਲਓ ਵੀ ਸਾਰੇ ਸਕੂਲ ਦੇ ਵਿੱਚੋਂ ਗੁਰਮੁਖੋ ਵੀ ਜੱਜ ਤਾਂ ਜਣਾ ਕਿਹੜਾ ਬਣ ਨਹੀਂ ਜਾਂਦਾ। ਬਿਰਲੀ ਆਤਮਾ ਮੰਨਦੇ ਜਿਹੜੀਆਂ ਲਾ ਕਰਕੇ ਲਾ ਦੇ ਕੋਮ ਤੋਂ ਬਾਅਦ ਜੱਜ ਵੀ ਬਣਦੀਆਂ ਨੇ। ਹੁਣ ਸਕੂਲ ਹੋਈ ਨਾ ਯੂਨੀਵਰਸਿਟੀ ਹੋਈ ਤਾਂ ਬੱਚਾ ਉੱਥੇ 5000 ਹੁੰਦਾ ਪੜ੍ਹਦਾ, ਉਹ 5000 ਦੇ ਵਿੱਚੋਂ ਡੀਸੀ ਜਣਾ ਕਿਹੜਾ ਦਾ ਲੱਗ ਨਹੀਂ ਜਾਂਦਾ। ਡੀਸੀ ਇੱਕ ਹੀ ਆਤਮਾ ਹੁੰਦੀ ਹੈ, ਬਸ ਇੱਕ ਵਾਰੀ ਬਣਦੇ ਨੇ, ਡੀਸੀ ਬਣਦੇ ਨੇ, ਬੰਦੇ ਬਣਦੇ ਨੇ, ਸਟੂਡੈਂਟ ਬਣਦੇ ਨੇ, ਪਰ ਉਹ ਪਾਸ ਹੁੰਦੇ ਨੇ ਸਾਰੇ ਸਬਜੈਕਟ ਪਾਸ ਹੋ ਗਏ। ਉਹ ਡੀਸੀ ਵੀ ਲੱਗੇ ਉਹਨਾਂ ਦੇ ਲੋ ਅੱਜ ਲੱਗੇ ਹੋਏ। ਤਾਂ ਸਾਰੇ ਭਾਈ ਭਾਈ ਮੇਰੇ ਸੇ ਇੱਕੋ ਹੀ ਬੇਨਤੀ ਹੈ, ਜਿੱਥੇ ਵੀ ਜਾਂਦੇ ਹੋ ਕੋਈ ਮਹਾਂਪੁਰਸ਼ ਆ, ਕੋਈ ਸੰਪਰਦਾਇ, ਉੱਥੇ ਕੋਸ਼ਿਸ਼ ਕਰੋ ਵੀ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕਰੋ, ਜੋੜੀਆਂ ਕਰੋ। ਮਹਾਰਾਜ ਕਿਰਪਾ ਕਰੀ, ਸਾਨੂੰ ਨਾਮ ਦੀ ਦਾਤ ਬਖਸ਼ੇ, ਕਿਰਪਾ ਕਰੀ, ਇੰਨਾ ਬਲ ਬਖਸ਼ੀ, ਇੰਨੀ ਬੁੱਧੀ ਬਖਸ਼ੀ, ਇੰਨੀ ਸ਼ਕਤੀ ਬਖਸ਼ੀ, ਇੰਨੀ ਤਾਕਤ ਬਖਸ਼ੇ, ਤੇਰੇ ਪਰਚਿਆਂ ਵਿੱਚੋਂ ਪਾਸ ਹੋ ਜਾਈਏ। ਇਹ ਮੰਗਣਾ ਪਰ ਤਾਂ ਸਾਧ ਸੰਗਤ ਜੀ। ਹੁਣ ਮੈਂ ਕਈ ਵਾਰੀ ਬਾतें ਕਰਦਾ ਹੁੰਨਾ, ਜਦੋਂ ਰੇਰੂ ਸਾਹਿਬ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਸਕੂਲ ਦੇ ਵਿੱਚ ਬਹੁਤ ਪੜ੍ਹਨ ਲੱਗੇ ਗੁਰਸਿੱਖ, ਬੜੇ ਪੜ੍ਹਨ ਲੱਗੇ। ਉਹਨਾਂ ਵਿੱਚੋਂ ਕੋਈ ਇਹਨੇ ਪਾਸ ਨਹੀਂ ਹੁੰਦੇ, ਰਾੜੇ ਵਾਲੇ ਸੰਤ ਪਾਸ ਹੋਏ ਥੇ, ਇਹ ਵੀ ਪੜ੍ਹਦੇ ਸੀ ਉੱਥੇ। ਮੈਂ ਕਈ ਵਾਰੀ ਪੜ੍ਹ ਕੀਤੇ ਰਾੜਾ ਸਾਹਿਬ ਦੇ ਸੰਤਾਂ ਕੋਲੇ। ਰਾੜਾ ਸਾਹਿਬ ਦੀ ਯੂਨੀਵਰਸਿਟੀ ਹੈ ਇੱਕ, ਉਹਦੇ ਵਿੱਚ ਬੜੇ ਪੜ੍ਹੇ, ਮੇਰੇ ਵਰਗੇ ਵੀ ਬੋੜੇ ਚੱਲੇ ਪੜ੍ਹੇ, ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਰਹੇ। ਪਰ ਉਹਨਾਂ ਮਹਾਂਪੁਰਸ਼ਾਂ ਦੀ ਕਿਰਪਾ ਹੋ ਗਈ ਜਿਨ੍ਹਾਂ ਨੇ ਆਪਣੇ ਚਰਨਾਂ ਦੇ ਲਾ ਕੇ ਨਿਭਾਅ ਕੀਤਾ, ਪਾਸ ਕਰਤਾ। ਤੋ ਇਸ ਤਰ੍ਹਾਂ ਸਾਧ ਸੰਗਤ ਸਾਰੇ ਬੜੇ ਕਰਮਾਂ ਵਾਲੇ ਹੋ, ਬਹੁਤ ਚੰਗੇ ਕਰਮ ਨੇ, ਜੁੜੇ ਰਹੋ। ਹਰ ਸਾਧ ਸੰਗਤ ਜੀ ਇੱਕ ਦੇ ਰੰਗ ਚੜ੍ਹਦਾ ਚੜ੍ਹਦਾ ਚੜ੍ਹ ਜਾਂਦਾ ਹੁੰਦਾ, ਕਦੇ ਡੋਲੋ ਨਾ, ਰਾਮਾ ਡੋਲਣਾ ਹੋ। ਗੁਰੂ ਦੀ ਸਮਰੱਥਾ, ਗੁਰੂ ਤੇ ਕਦੇ ਸ਼ੰਕਾ ਨਾ ਕਰੋ, ਔਰ ਚੜ੍ਹਦੀ ਕਲਾ ਵਿੱਚ ਰਹੋ ਸਾਧ ਸੰਗਤ ਜੀ। ਹੁਣ ਸਮਾਂ ਹੋ ਗਿਆ, ਇੱਕ ਤਾਨਾ ਪੜ੍ਹ ਕੇ ਆਪਾਂ ਸਮਾਪਤੀ ਕਰਦੇ ਹਾਂ। ਇਹ ਆਪਾਂ 4 ਦੀਵਾਨ ਲਾਤੇ ਮੇਰਾ ਖਿਆਲ ਆ, ਕਿਰਪਾ ਹੋ ਗਈ ਕਿ 1-2 ਲੋਕ ਰਹਿੰਦੇ। ਚਲੋ ਇਹ ਪ੍ਰੇਮ ਦੇ ਬੱਚੇ ਹੁੰਦੇ ਨੇ, ਸਾਰੀਆਂ ਖੇਡਾਂ ਹੁੰਦੀਆਂ ਨੇ। ਅਤੇ ਐਸੇ ਆਪਾਂ ਇਹ ਬਚਨ ਪਹਿਲੀ ਧਾਰਨਾ ਲਾਈ ਸੀ, ਕਿਹੜੀ ਲਾਈ ਸੀ? ਸੁਣ ਲਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ। ਉਹ ਸਾਧੂਆਂ ਦੇ ਸੰਗ ਦੀ ਮਹਿਮਾ ਫਿਰ ਗੁਰੂ ਨਾਨਕ ਦੀ ਕੀ ਹੋਈ? ਗੁਰੂ ਨਾਨਕ ਨੇ ਆਪਣਾ ਸਰੂਪ ਉਹ ਬੰਦੇ ਨੂੰ ਬਣਾ ਲਿਆ ਜਿਹੜਾ ਸਾਕਾ ਕਰਦਾ ਸੀ। ਇੱਦਾਂ ਬੜੋ ਇੱਕ ਧਾਰਨਾ ਸਾਧ ਸੁਣ ਲਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ। ਸੁਣ ਲਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੀ।
ਸਾਧੂਆਂ ਕੀ ਸੰਗਤੀ ਸਾਧੂਆਂ ਦੀ ਸੰਗਤੀ ਸਾਧੂਆਂ ਸੰਗਤੀ ਸਾਧੂਆਂ ਸੰਗਤੀ ਸਾਧੂਆਂ ਦੀ ਸੰਗਤੀ ਸਾਧੂਆਂ ਸੰਗਤੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਟੂਟਾ ਕਰ ਤੁਮ